हेलो एवरीवन, वेलकम बैक टू माय चैनल बीए सेमेस्टर 2 सोशियोलॉजी ਦੀ ਵੀਡੀਓ ਸੀਰੀਜ਼ ਲੈ ਕੇ ਮੈਂ ਹਾਜ਼ਰ ਹਾਂ। 1 ਬਾय 1 ਆਪਾਂ ਟੌਪਿਕਸ ਕਵਰ ਕਰਾਂਗੇ। ਜਲਦੀ ਹੀ ਆਪਾਂ ਸਮ ਅਪ ਕਰ ਦੇਣਾ ਹੈ ਤੇ ਨਾਲ ਹੀ ਦੋਸਤੋ ਜਿਹੜੇ ਵੀ ਵਿਦਿਆਰਥੀ ਹੋਰ ਵੀ ਸਬਜੈਕਟਸ ਦੀ ਤਿਆਰੀ ਕਰਨਾ ਚਾਹੁੰਦੇ ਨੇ ਤਾਂ ਮੇਰੇ ਚੈਨਲ ਦੇ ਨਾਲ ਬਣੇ ਰਹਿਣ। ਆਲਰੇਡੀ ਮੈਂ ਚੈਨਲ ਦੇ ਉੱਤੇ ਪਲੇਲਿਸਟ ਬਣਾ ਦਿੱਤੀਆਂ ਨੇ। 1 ਬਾय 1 ਟੌਪਿਕਸ ਕਵਰ ਕਰਾਂਗੇ, 1 ਬਾय 1 ਸਬਜੈਕਟਸ ਕਵਰ ਕਰਾਂਗੇ। ਸਮੈਸਟਰ 2, ਸਮੈਸਟਰ 4, ਸਮੈਸਟਰ 6 ਤਿੰਨੋਂ ਸਮੈਸਟਰ ਦੇ ਵਿਦਿਆਰਥੀ ਇਹਨਾਂ ਵੀਡੀਓਜ਼ ਦਾ ਲਾਭ ਲੈ ਸਕਣਗੇ। ਟੈਲੀਗ੍ਰਾਮ ਚੈਨਲ ਨੂੰ ਵੀ ਤੁਸੀਂ ਫੋਲੋ ਕਰ ਲਿਓ ਬਿਕੋਜ਼ ਕਾਫੀ ਸਾਰੇ ਨੋਟਸ ਪੀਡੀਐਫਸ ਅਪਡੇਟਸ ਲਿੰਕਸ ਮੈਂ ਉੱਥੇ ਪਾਉਂਦੀ ਰਹਿੰਦੀ ਹਾਂ। ਸੋ ਸਟਾਰਟ ਕਰਦੇ ਹਾਂ ਅੱਜ ਦਾ ਵੀਡੀਓ। ਤੁਹਾਡੇ ਪੇਪਰ ਦਾ ਨਾਮ ਹੈ ਸਮਾਜ ਵਿਗਿਆਨ ਦੇ ਮੂਲ ਸੰਕਲਪ ਫੰਡਾਮੈਂਟਲਸ ਆਫ ਸੋਸ਼ੀਓਲੋਜੀ। ਇਹਦੇ ਵਿੱਚ ਆਪਾਂ ਨੇ ਸਭ ਤੋਂ ਪਹਿਲਾਂ ਆਪਣਾ ਟੌਪਿਕ ਹੈਗਾ ਸੋਸ਼ਲ ਪ੍ਰੋਸੈਸ। ਸੋਸ਼ਲ ਪ੍ਰੋਸੈਸ ਵਿੱਚ ਆਪਾਂ ਨੂੰ ਇਹਨਾਂ ਨੇ ਇੰਟੀਗ੍ਰੇਟਿਵ ਪ੍ਰੋਸੈਸ ਯਾਨੀ ਕਿ ਏਕੀਕਰਨ, ਐਸੋਸੀਏਟ ਕਰਨ ਵਾਲੀਆਂ ਪ੍ਰਕਿਰਿਆਵਾਂ ਦੱਸੀਆਂ ਨੇ, ਜਿਵੇਂ ਕਿ ਕੋਆਪਰੇਸ਼ਨ ਹੋ ਗਿਆ, ਸਹਿਯੋਗ, ਅਕੋਮੋਡੇਸ਼ਨ ਸਮਾਯੋਜਨ ਅਤੇ ਅਸੀਮੀਲੇਸ਼ਨ ਯਾਨੀ ਕਿ ਸਮੀਕਰਨ। ਸੋ ਇਹ ਜਿਹੜੀਆਂ ਨੇ ਆਪਣੀਆਂ ਇੰਟੀਗ੍ਰੇਟਿਵ ਯਾਨੀ ਐਸੋਸੀਏਟਿਵ ਜਿਹੜਾ ਹੈ ਪ੍ਰੋਸੈਸ, ਉਹਦੀਆਂ ਇਹ ਜਿਹੜੇ ਹੈਗੇ ਨੇ ਟੌਪਿਕਸ ਨੇ। ਠੀਕ ਹੈ, ਸੋ ਸੋਸ਼ਲ ਪ੍ਰੋਸੈਸ ਦੇ ਅੰਦਰ ਆਉਂਦੇ ਆ। ਫਿਰ ਅੱਗੇ ਆਉਂਦਾ ਡਿਸਇੰਟੀਗ੍ਰੇਟਿਵ, ਜਿਹੜੀਆਂ ਵੱਖ ਕਰਨ ਵਾਲੀਆਂ ਨੇ। ਪਹਿਲਾਂ ਆਪਾਂ ਕੀਤੀਆਂ ਨਾ ਅਲੱਗ ਇਕੱਠੀਆਂ ਕਰਨ ਵਾਲੀਆਂ, ਹੁਣ ਆਪਾਂ ਕਰ ਰਹੇ ਹਾਂ ਅਲੱਗ ਕਰਨ ਵਾਲੀਆਂ, ਵੱਖ ਕਰਨ ਵਾਲੀਆਂ। ਡਿਸਇੰਟੀਗ੍ਰੇਟਿਵ, ਡਿਸਐਸੋਸੀਏਟਿਵ ਵੀ ਇਹਨਾਂ ਨੂੰ ਕਹਿੰਦੇ ਨੇ। ਤਾਂ ਕੰਪੀਟੀਸ਼ਨ ਅਤੇ ਕਨਫਲਿਕਟ ਜਿਹੜੀਆਂ ਨੇ, ਪ੍ਰਤੀਯੋਗਤਾ ਅਤੇ ਸੰਘਰਸ਼ ਇਹਦੀਆਂ ਕਨਸੈਪਟ ਨੇ। ਆਪਣੇ ਪੇਪਰ ਦੇ ਵਿੱਚ ਜਿਹੜਾ ਹੈ ਆਪਾਂ ਸਭ ਤੋਂ ਪਹਿਲਾਂ ਜਿਹੜਾ ਹੈ ਸੋਸ਼ਲ ਪ੍ਰੋਸੈਸ ਪੜਾਂਗੇ ਕਿ ਸੋਸ਼ਲ ਪ੍ਰੋਸੈਸ ਕੀ ਹੁੰਦਾ। ਫਿਰ ਇੰਟੀਗ੍ਰੇਟਿਵ ਪ੍ਰੋਸੈਸ ਅਤੇ ਡਿਸਇੰਟੀਗ੍ਰੇਟਿਵ ਪ੍ਰੋਸੈਸ 'ਤੇ ਆਵਾਂਗੇ। ਸੋਸ਼ਲ ਪ੍ਰੋਸੈਸ ਦੀ ਗੱਲ ਕਰੀਏ ਤਾਂ ਸੋਸ਼ਲ ਪ੍ਰੋਸੈਸ ਦਾ ਮਤਲਬ ਹੈ ਸਮਾਜਿਕ ਪ੍ਰਕਿਰਿਆ। ਕਿੱਦਾਂ ਸਮਾਜਿਕ ਪ੍ਰਕਿਰਿਆ? ਸਭ ਤੋਂ ਪਹਿਲਾਂ ਆਪਾਂ ਇਹਦੇ ਬਾਰੇ ਜਾਣਾਂਗੇ। ਜਾਣ ਪਛਾਣ। ਮਨੁੱਖ ਇੱਕ ਸਮਾਜਿਕ ਪ੍ਰਾਣੀ ਹੈ, ਸਮਾਜ ਤੋਂ ਬਿਨਾਂ ਨਹੀਂ ਰਹਿ ਸਕਦਾ। ਸਮਾਜ 'ਚ ਰਹਿ ਕੇ ਹੀ ਉਹ ਅੰਤਰ ਕਿਰਿਆ ਕਰਦਾ ਹੈ, ਰਿਲੇਸ਼ਨਸ਼ਿਪਸ ਬਣਾਉਂਦਾ। ਮੈਨੇ ਪਿਛਲੇ ਸਮੈਸਟਰ 'ਚ ਵੀ ਤੁਹਾਨੂੰ ਪੜ੍ਹਾਇਆ ਸੀ ਕਿ ਸੰਬੰਧ ਬਣਾਉਂਦਾ ਹੈ, ਅੰਤਰ ਕਿਰਿਆ ਵਾਰ-ਵਾਰ ਕਰਦਾ ਹੈ। ਤਾਂ ਉਹ ਜਿਹੜੀ ਅੰਤਰ ਕਿਰਿਆ ਵਾਰ-ਵਾਰ ਕਰਦਾ ਹੈ ਉਸ ਨੂੰ ਸਮਾਜਿਕ ਪ੍ਰਕਿਰਿਆ ਦਾ ਨਾਂ ਦਿੱਤਾ ਜਾਂਦਾ ਹੈ। ਹੁਣ ਸਮਾਜਿਕ ਪ੍ਰਤੀਕਿਰਿਆ ਇੱਕ ਅਜਿਹੀ ਪ੍ਰਕਿਰਿਆ ਹੈ ਜਿਸ ਵਿੱਚ ਮਨੁੱਖ ਸਮੂਹ ਆਪਸ ਵਿੱਚ ਅਰਥਪੂਰਨ ਕਿਰਿਆ ਕਰਦੇ ਨੇ। ਠੀਕ ਹੈ, ਉਸਦਾ ਕੋਈ ਨਾ ਕੋਈ ਜਿਹੜਾ ਹੈਗਾ ਮੋਟਿਵ ਜ਼ਰੂਰ ਹੁੰਦਾ ਅਤੇ ਕੋਈ ਨਾ ਕੋਈ ਜਿਹੜਾ ਉਸਦਾ ਅਰਥ ਜ਼ਰੂਰ ਨਿਕਲਦਾ ਜਿਹੜੀ ਉਹ ਆਪਸ 'ਚ ਕਿਰਿਆ ਕਰਦੀਆਂ। ਐਦਾਂ ਨਹੀਂ ਹੈ ਕਿ ਬੇਅਰਥ ਕਿਰਿਆ ਇਹਦੇ ਵਿੱਚ ਸ਼ਾਮਿਲ ਕੀਤੀ ਜਾਂਦੀ, ਨਹੀਂ, ਅਰਥਪੂਰਨ ਕਿਰਿਆਵਾਂ ਕਰਦੇ ਨੇ, ਕੁਝ ਖਾਸ ਉਦੇਸ਼ਾਂ ਦੀ ਪੂਰਤੀ ਕਰਦੇ ਨੇ, ਇੱਕ ਦੂਜੇ ਨੂੰ ਪ੍ਰਭਾਵਿਤ ਕਰਦੇ ਨੇ ਅਤੇ ਪ੍ਰਭਾਵਿਤ ਹੁੰਦੇ ਵੀ ਨੇ। ਠੀਕ ਹੈ, ਕਿਉਂਕਿ ਮਨੁੱਖ ਸਮਾਜ ਦੇ ਵਿੱਚ ਰਹਿੰਦਾ, ਸਮਾਜ ਤੋਂ ਬਿਨਾਂ ਨਹੀਂ ਰਹਿ ਸਕਦਾ, ਉਹ ਸਮਾਜ ਵਿੱਚ ਅੰਤਰ ਕਿਰਿਆ ਕਰਦਾ। ਹੁਣ ਆਪਾਂ ਡੇਲੀ ਕੋਈ ਨੀਡ ਹੈਗੀ, ਆਪਾਂ ਨੂੰ ਗਰੋਸਰੀ ਸ਼ਾਪ 'ਤੇ ਜਾਂਦੇ ਹਾਂ, ਹੈ ਨਾ, ਦੁੱਧ ਵਾਲੇ ਤੋਂ ਦੁੱਧ ਲੈਂਦੇ ਹੈਗੇ ਆ, ਹੈ ਨਾ। ਤਾਂ ਅਗਰ ਆਪਾਂ ਕੋਸਮੈਟਿਕਸ ਦਾ ਸਮਾਨ ਲੈਣਾ ਤਾਂ ਕੋਸਮੈਟਿਕ ਵਾਲੀ ਸ਼ਾਪ 'ਤੇ ਜਾਂਦੇ ਹਾਂ, ਹੈ ਨਾ। ਡਾਕਟਰ ਕੋਲ ਜਾਂਦੇ ਹਾਂ ਅਗਰ ਆਪਾਂ ਬਿਮਾਰ ਹਾਂ ਤਾਂ ਮਤਲਬ ਕਿ ਆਪਾਂ ਹਰ ਰੋਜ਼ ਨਾ ਜਾਣੇ ਕਿੰਨੇ ਲੋਕਾਂ ਦੇ ਨਾਲ ਜਿਹੜਾ ਹੈਗਾ ਅੰਤਰ ਕਿਰਿਆ ਕਰਦੇ ਹਾਂ। ਬੱਸ ਚੜ੍ਹ ਕੇ ਜਾਂਦੇ ਹਾਂ ਤਾਂ ਬੱਸ ਦੇ ਵਿੱਚ ਕਿੰਨੇ ਲੋਕਾਂ ਨਾਲ ਇੰਟਰੈਕਟ ਕਰਦੇ ਹਾਂ। ਤਾਂ ਕੋਈ ਨਾ ਕੋਈ ਜਿਹੜੀ ਹੈਗੀ ਆ ਆਪਣੀ ਅਰਥ ਭਰਪੂਰ ਜਦੋਂ ਕਿਰਿਆ ਨਿਕਲ ਕੇ ਆਉਂਦੀ ਹੈ ਨਾ, ਤਾਂ ਉਸਨੂੰ ਜਿਹੜਾ ਹੈਗਾ ਆਪਾਂ ਸਮਾਜਿਕ ਪ੍ਰਕਿਰਿਆ ਕਹਿੰਦੇ ਹਾਂ। ਅਤੇ ਇਹ ਸਮਾਜਿਕ ਪ੍ਰਕਿਰਿਆ ਬਾਰ-ਬਾਰ ਜਿਹੜੀਆਂ ਇੰਟਰੈਕਸ਼ਨਸ ਹੁੰਦੀਆਂ ਨੇ, ਸਮਾਜਿਕ ਕਿਰਿਆਵਾਂ, ਸਮਾਜਿਕ ਅੰਤਰ ਕਿਰਿਆਵਾਂ ਹੁੰਦੀਆਂ ਨੇ, ਉਹਨਾਂ ਦਾ ਰਿਜ਼ਲਟ ਹੁੰਦਾ, ਉਹਨਾਂ ਦੇ ਕਰਕੇ ਹੀ ਨਿਕਲਦਾ। ਜਦੋਂ ਇਹ ਸਾਰੀਆਂ ਕਿਰਿਆਵਾਂ ਕੀਤੀਆਂ ਜਾਂਦੀਆਂ ਨੇ ਤਾਂ ਇਹ ਅੰਤਰ ਕਿਰਿਆਵਾਂ ਬਣ ਜਾਂਦੀਆਂ ਨੇ। ਅੱਗੇ ਜਾ ਕੇ ਦੇਖੋ, ਆਪਾਂ ਰੋਜ਼ ਬੱਸ ਚੜ੍ਹ ਕੇ ਜਾਂਦੇ ਹਾਂ, ਹੈ ਨਾ। ਆਪਣੇ ਨਾਲ ਜਿਹੜੀਆਂ ਨੇ 2-3 ਗਰਲਸ ਹੋਰ ਰੋਜ਼ ਜਾਂਦੀਆਂ ਨੇ, ਫਿਰ ਹੌਲੀ ਹੌਲੀ ਆਪਣੀ ਉਹਨਾਂ ਨਾਲ ਬੌਂਡਿੰਗ ਹੁੰਦੀ ਆ, ਆਪਾਂ ਰੋਜ਼ ਉਹਨਾਂ ਨਾਲ ਅੰਤਰ ਕਿਰਿਆ ਕਰਦੇ ਹਾਂ, ਤਾਂ ਉਹ ਜਿਹੜਾ ਹੈ ਸੋਸ਼ਲ ਪ੍ਰੋਸੈਸ ਬਣ ਜਾਂਦਾ। ਠੀਕ ਹੈ, ਸੋ ਜੋ ਅੰਤਰ ਕਿਰਿਆ ਬਾਰ-ਬਾਰ ਦੁਹਰਾਈ ਜਾਏਗੀ ਉਹ ਪ੍ਰਕਿਰਿਆ ਸੋਸ਼ਲ ਪ੍ਰੋਸੈਸ ਕਹਾਏਗੀ। ਠੀਕ ਹੈ, ਜਿਹੜੀ ਸੋਸ਼ਲ ਇੰਟਰੈਕਸ਼ਨ ਬਾਰ-ਬਾਰ ਹੋ ਰਹੀ ਹੈਗੀ ਹੈ ਤਾਂ ਉਹ ਕੀ ਬਣ ਜਾਏਗੀ? ਸੋਸ਼ਲ ਪ੍ਰੋਸੈਸ ਬਣ ਜਾਏਗੀ। ਜਿਹੜੀ ਵਾਰ-ਵਾਰ ਨਾ ਦੁਹਰਾਈ ਜਾਵੇ ਉਹ ਕਦੇ ਵੀ ਸਮਾਜਿਕ ਪ੍ਰੋਸੈਸ, ਸਮਾਜਿਕ ਪ੍ਰਕਿਰਿਆ ਨਹੀਂ ਹੋਏਗੀ। ਅਰਥ ਦੀ ਗੱਲ ਕਰੀਏ, ਦੋ ਸ਼ਬਦਾਂ ਤੋਂ ਬਣਿਆ ਸੋਸ਼ਲ ਪਲੱਸ ਪ੍ਰੋਸੈਸ। ਸੋਸ਼ਲ ਦਾ ਮਤਲਬ ਹੈ ਦੈਟ ਇਜ਼ ਰਿਲੇਟਿਡ ਟੂ ਸੁਸਾਇਟੀ। ਜਿਹੜੀ ਚੀਜ਼ ਸਮਾਜ ਦੇ ਨਾਲ ਸੰਬੰਧਿਤ ਹੈ ਉਹ ਸੋਸ਼ਲ ਹੈ, ਸਮਾਜਿਕ ਹੈ। ਪ੍ਰੋਸੈਸ ਯਾਨੀ ਕਿ ਪ੍ਰਕਿਰਿਆ ਦੈਟ ਅਕਰ ਰਿਪੀਟਡਲੀ, ਜਿਹੜੀ ਬਾਰ-ਬਾਰ ਹੁੰਦੀ ਹੈ ਉਹ ਕੀ ਹੈਗੀ ਹੈ? ਪ੍ਰਕਿਰਿਆ। ਮਨੁੱਖ ਸਮਾਜ 'ਚ ਰਹਿ ਕੇ ਜੋ ਕਿਰਿਆਵਾਂ ਵਾਰ-ਵਾਰ ਦੁਹਰਾਉਂਦਾ ਉਹਨਾਂ ਨੂੰ ਸਮਾਜਿਕ ਪ੍ਰਕਿਰਿਆਵਾਂ ਕਿਹਾ ਜਾਂਦਾ ਹੈ। ਸਮਾਜਿਕ ਪ੍ਰਕਿਰਿਆ ਉਹ ਹੈ ਜਿਹੜੀ ਪੂਰੀ ਤਰ੍ਹਾਂ ਸਮਾਜਿਕ ਹੈ ਕਿਉਂਕਿ ਸਮਾਜ 'ਚ ਅਕਰ ਹੋਏਗੀ, ਸਮਾਜ 'ਚ ਹੋਏਗੀ, ਸਮਾਜ ਵਿੱਚ ਵਾਰ-ਵਾਰ ਦੁਹਰਾਈ ਜਾਂਦੀ ਹੈ। ਅਤੇ ਇਹ ਜਿਹੜੀਆਂ ਨੇ ਸਮਾਜਿਕ ਪ੍ਰਕਿਰਿਆਵਾਂ ਇਹ ਏਕੀਕਰਨ ਅਤੇ ਵੱਖ ਹੋਣ ਵਾਲੀਆਂ, ਮਤਲਬ ਇੱਕ ਤਾਂ ਏਕੀਕਰਨ ਜਿਵੇਂ ਆਪਾਂ ਪਿੱਛੇ ਪੜ੍ਹਿਆ ਹੈ ਨਾ ਵੀ ਕੋਆਪਰੇਸ਼ਨ ਹੋ ਗਿਆ, ਅਕੋਮੋਡੇਸ਼ਨ ਹੋ ਗਿਆ, ਅਸੀਮੀਲੇਸ਼ਨ ਹੋ ਗਿਆ, ਇਹ ਹੋ ਗਈਆਂ ਏਕੀਕਰਨ ਵਾਲੀਆਂ ਜਿਹੜੀਆਂ ਸਮਾਜ ਨੂੰ ਇਕਜੁੱਟ ਹੋ ਕੇ ਰੱਖਦੀਆਂ ਨੇ। ਫਿਰ ਵੱਖ ਹੋਣ ਵਾਲੀਆਂ ਵੀ ਪ੍ਰਕਿਰਿਆਵਾਂ ਨੇ ਜਿਹੜੀਆਂ ਸਮਾਜ ਦੇ ਵਿੱਚ ਜਿਹੜਾ ਹੈ ਫੁੱਟ ਪੈਦਾ ਕਰਦੀਆਂ ਨੇ, ਵੱਖਰਾਵ, ਅਲਗਾਵ ਪੈਦਾ ਕਰਦੀਆਂ ਨੇ। ਠੀਕ ਹੈ, ਆਪਾਂ 1 ਬਾਏ 1 ਸਮਝਾਂਗੇ।
तो परिभाषावां की गल करिए, सोशल प्रोसैस समाजिक प्रतिक्रियावां की जिहड़ी हैगी है प्रक्रियावां की परिभाषा किहड़ी है, बीसन्स कह रहे ने समाजिक अंतरक्रिया के ਵੱਖ-ਵੱਖ ਸਰੂਪਾਂ ਨੂੰ। ठीक है, सोशल इंटरैक्शन ਨੂੰ ਜਦੋਂ ਅਸੀਂ ਬਾਰ-ਬਾਰ ਕਰਦੇ ਹਾਂ ਉਸਦੇ ਵੱਖ-ਵੱਖ ਸਰੂਪਾਂ ਨੂੰ ਅਸੀਂ ਸਮਾਜਿਕ ਪ੍ਰਕਿਰਿਆ ਕਹਿੰਦੇ ਹਾਂ। ਜਿਨਸ ਵਰਗ ਕਹਿ ਰਹੇ ਨੇ ਸਮਾਜਿਕ ਪ੍ਰਕਿਰਿਆ ਦਾ ਅਰਥ ਕੀ ਹੈਗਾ, ਵਿਅਕਤੀਆਂ ਦਾ ਸਮੂਹਾਂ ਦੇ ਵਿਚਕਾਰ ਅੰਤਰਕਿਰਿਆਵਾਂ ਦੀਆਂ ਵੱਖ-ਵੱਖ ਵਿਧੀਆਂ, ਜਿਸ ਰਾਹੀਂ ਉਹ ਅੰਤਰਕਿਰਿਆ ਕਰਦੇ ਨੇ, ਵੱਖ-ਵੱਖ ਵਿਧੀਆਂ ਰਾਹੀਂ ਕਰਦੇ ਨੇ ਜਿਨ੍ਹਾਂ ਵਿੱਚ ਸਹਿਯੋਗ, ਸੰਘਰਸ਼, ਸਮਾਜਿਕ ਵਿਭੇਦੀਕਰਨ मतलब सोशल डिफरेंशिएशन पाया जाता है, एकीकरण पाया जाता है, विकास पाया जाता है, पतन यानी कि डिवेलपमेंट, विकास मैंने डिवेलपमेंट अते पतन यानी कि डिकलाइन पाया जाता है, तो उसनों असी की कहने है समाजिक प्रक्रिया। ਐਵੇਂ ਅਸੀਂ ਕਹਿ ਸਕਦੇ ਹਾਂ ਕਿ ਸਮਾਜਿਕ ਪ੍ਰਕਿਰਿਆ ਆਪਸ ਵਿੱਚ ਅੰਤਰ ਸੰਬੰਧਿਤ ਹੈ, ਇਹ ਦੁਹਰਾਈਆਂ ਜਾਂਦੀਆਂ ਨੇ। ਸਮਾਜਿਕ ਪ੍ਰਕਿਰਿਆ ਦੇ ਲਈ ਜ਼ਰੂਰੀ ਤੱਤ ਕਿਹੜੇ-ਕਿਹੜੇ ਹੁੰਦੇ ਨੇ, ਤੁਸੀਂ ਇਹਨਾਂ ਨੂੰ ਲਾਈਨਾਂ ਦੇ ਵਿੱਚ ਲਿਖ ਲਿਓ, ਮੈਂ ਸਿਰਫ ਸ਼ਾਰਟ 'ਚ ਲਿਖਤਾ ਇੱਥੇ। ਸਮਾਜਿਕ ਪ੍ਰਕਿਰਿਆ ਦੇ ਜ਼ਰੂਰੀ ਤੱਤ ਯਾਨੀ ਕਿ ਕਰੈਕਟਰਿਸਟਿਕਸ ਜਾਂ ਫਿਰ ਫੀਚਰਸ ਕਿਹੜੇ-ਕਿਹੜੇ ਨੇ, ਐਲੀਮੈਂਟਸ ਕਿਹੜੇ-ਕਿਹੜੇ ਨੇ। ਇੱਕ ਤਾਂ ਇਹਨਾਂ 'ਚ ਗਤੀਸ਼ੀਲਤਾ ਪਾਈ ਜਾਂਦੀ ਆ। ਸਮਾਜਿਕ ਪ੍ਰਕਿਰਿਆਵਾਂ, ਹੁਣ ਆਪਾਂ ਪਿੱਛੇ ਪੜ੍ਹ ਕੇ ਹਟੇ ਹਾਂ ਕਿ ਜੋ ਸਮਾਜਿਕ ਅੰਤਰਕਿਰਿਆ ਵਾਰ-ਵਾਰ ਹੁੰਦੀ ਹੈ ਉਹ ਸਮਾਜਿਕ ਪ੍ਰਕਿਰਿਆ ਬਣ ਜਾਂਦੀ ਹੈ। ਤਾਂ ਇਹ ਜਿਹੜੀਆਂ ਨੇ ਗਤੀਸ਼ੀਲ ਹੁੰਦੀਆਂ ਨੇ, ਕਦੇ ਵੀ ਸਮਾਜਿਕ ਪ੍ਰਕਿਰਿਆਵਾਂ ਰੁਕਦੀਆਂ ਨਹੀਂ ਹੈਗੀਆਂ, ਹਮੇਸ਼ਾ ਚੱਲਦੀਆਂ ਰਹਿੰਦੀਆਂ। ਹਾਂ, ਕਦੇ ਆਪਣਾ ਹੋ ਸਕਦਾ ਹੈ ਕਿ ਸੋਸ਼ਲ ਪ੍ਰੋਸੈਸ ਕਦੇ ਘੱਟ ਹੋ ਜਾਏ, ਕਦੇ ਵੱਧ ਹੋ ਜਾਏ, ਲੇਕਿਨ ਇਹ ਹਮੇਸ਼ਾ ਚੱਲਦਾ ਰਹਿੰਦਾ। ਕਰਮਬੱਧ ਸੀਕੁਐਂਸਿਟੀ ਜਿਹੜੀ ਹੈਗੀ ਇਹਦੇ 'ਚ ਪਾਈ ਜਾਂਦੀ ਹੈ ਕਿ ਇੱਕ ਕਿਰਿਆ ਹੋ ਰਹੀ ਹੈ ਉਹਦੇ ਨਾਲ ਹੀ ਦੂਜੀ ਕਿਰਿਆ ਵੀ ਹੁੰਦੀ ਹੈ। ਲਾਈਕ ਹੁਣ ਆਪਾਂ ਡਾਕਟਰ ਗਏ ਹਾਂ, ਉੱਥੇ ਡਾਕਟਰ ਕੋਲ ਗਏ ਹਾਂ, ਉੱਥੇ ਜਾ ਕੇ ਆਪਾਂ ਨੂੰ ਪਤਾ ਲੱਗੇ ਵੀ ਆਪਣੀ ਚੈਸਟ ਵੀ ਬਲੋਕ ਆ, ਆਪਣਾ ਥਰੋਟ ਵੀ ਖਰਾਬ ਹੈ ਨਾ। ਆਪਾਂ ਨੂੰ ਤਾਂ ਐਸੀ ਵੀ ਆਪਾਂ ਨੂੰ ਲਾਈਕ ਆਪਾਂ ਨੂੰ ਫੀਵਰ ਦਾ ਵੀ ਪਤਾ ਲੱਗਦਾ, ਆਪਾਂ ਨੂੰ ਤਾਂ ਐਸੀ ਵੀ ਆਪਣਾ ਥਰੋਟ ਖਰਾਬ ਹੈ ਨਾ, ਆਪਣਾ ਕਫ ਕੋਲਡ ਹੈਗਾ, ਲੇਕਿਨ ਉੱਥੇ ਜਾ ਕੇ ਪਤਾ ਲੱਗੇ ਫੀਵਰ ਵੀ ਬਹੁਤ ਜ਼ਿਆਦਾ ਚੜਿਆ ਹੋਇਆ। ਤਾਂ ਮਤਲਬ ਇੱਕ ਦੇ ਬਾਅਦ ਇੱਕ ਜਿਹੜੀ ਹੈਗੀ ਚੀਜ਼ ਕਿਰਿਆ ਹੁੰਦੀ ਰਹਿੰਦੀ ਹੈ। ਘਟਨਾਵਾਂ ਦੀ ਸੰਬੰਧਤਾ, ਇੱਕ ਜਿਹੜੀ ਕਿਰਿਆ ਹੈਗੀ ਹੈ ਉਸਦੀ ਦੂਜਿਆਂ ਦੇ ਨਾਲ ਵੀ ਜਿਹੜੀ ਹੈਗੀ ਹੈ ਇੰਟਰ ਰਿਲੇਸ਼ਨਸ਼ਿਪ ਉਹਨਾਂ ਦਾ ਹੁੰਦਾ। ਘਟਨਾਵਾਂ ਦਾ ਦੁਹਰਾਅ ਹਮੇਸ਼ਾ, ਹੁਣ ਦੇਖੋ ਰੋਜ਼ ਆਪਾਂ ਦੋਧੀ ਤੋਂ ਦੁੱਧ ਲੈਂਦੇ ਹਾਂ, ਉਹਦੇ ਨਾਲ ਗੱਲਬਾਤ ਕਰਦੇ ਹੈਗੇ ਆ, ਹੈ ਨਾ। ਤਾਂ ਅੰਤਰਕਿਰਿਆ ਤਾਂ ਹੋ ਰਹੀ ਹੈ, ਤਾਂ ਘਟਨਾਵਾਂ ਦਾ ਦੁਹਰਾਓ ਵੀ ਤਾਂ ਹੋ ਰਿਹਾ, ਰੋਜ਼ ਰੈਗੂਲਰਲੀ ਇੱਕੋ ਕੰਮ ਆਪਾਂ ਕਰ ਰਹੇ ਹਾਂ, ਹੈ ਨਾ। ਸਮਾਜਿਕ ਨਤੀਜੇ, ਫਿਰ ਇਹਨਾਂ ਦੇ ਸੋਸ਼ਲ ਰਿਜ਼ਲਟਸ ਨਿਕਲਦੇ ਨੇ, ਹੈ ਨਾ। ਕੋਈ ਨਾ ਕੋਈ ਅਰਥਪੂਰਨ ਕਿਰਿਆ ਤਾਂ ਆਪਾਂ ਕਰਦੇ ਹਾਂ ਨਾ, ਸੋ ਰਿਜ਼ਲਟਸ ਹਮੇਸ਼ਾ ਨਿਕਲਦੇ ਨੇ। टाइप्स ऑफ सोशल प्रोसैस, जिमें आप पिछे पढ़ के हटे हैं कि की टाइप्स होंदियां ने सोशल प्रोसैस दी। एक तो होगी इंटीग्रेटिव, जिहड़ियां एक करदियां ने, इन्हां नूं एसोसीएटिव भी कहा जाता है, इंटीग्रेटिव भी कहा जाता है। एकीकरण करन वालियां समाजिक प्रक्रियावां किहड़ियां-किहड़ियां ने जो समाज विच की करके लैके आंदियां ने, एकता लैके आंदियां ने, जिवें कि सहयोग कोऑपरेशन, समायोजन अकोमोडेशन, समीकरण यानी कि असिमिलेशन। ठीक है, सो ये एक करदियां ने समान नूं। डिसइंटीग्रेटिव या फिर डिसएसोसीएटिव किहड़ियां हो गईयां, जिहड़ियां गैर एकीकरण वालियां ने, वख करन वालियां ने। ये मनुख नूं मनुखां तो, समूह नूं समूहां तो अलग करदियां ने, या फिर मनुख नूं समूहां तो अलग करदियां ने। लाइक कॉम्पीटिशन प्रतियोगिता अते संघर्ष यानी कि कन्फ्लिक्ट। ਤਾਂ ਆਪਾਂ ਦੋਨੋਂ ਪੜਾਂਗੇ। ਅੱਜ ਆਪਾਂ ਸਿਰਫ ਔਰ ਸਿਰਫ ਇੰਟੀਗ੍ਰੇਟਿਵ ਯਾਨੀ ਕਿ ਐਸੋਸੀਏਟਿਵ ਪੜਾਂਗੇ। ਇਹਨਾਂ ਦੀਆਂ ਤਿੰਨੇ ਪਾਰਟਸ ਜਿਹੜੇ ਨੇ ਉਹ ਪੜਾਂਗੇ। ਵੀਡੀਓ ਥੋੜਾ ਲੰਬਾ ਹੋ ਸਕਦਾ ਹੈ, ਸਪੀਡ ਵਧਾ ਕੇ ਦੇਖ ਲਿਓ, ਲੇਕਿਨ ਇੱਕ ਇੱਕ ਪੁਆਇੰਟ ਤੁਹਾਡੇ ਕੰਮ ਦਾ। ਇੰਟੀਗ੍ਰੇਟਿਵ ਐਸੋਸੀਏਟਿਵ ਸੋਸ਼ਲ ਪ੍ਰੋਸੈਸ ਕਿਹੜਾ ਹੁੰਦਾ, ਜਿਹੜਾ ਸਮਾਜ ਨੂੰ ਇੱਕ ਕਰਦਾ ਹੈਗਾ, ਏਕਤਾ ਲੈ ਕੇ ਆਉਂਦਾ, ਉਸ ਨੂੰ ਅਸੀਂ ਇੰਟੀਗ੍ਰੇਟਿਵ ਸੋਸ਼ਲ ਪ੍ਰੋਸੈਸ ਕਹਿੰਦੇ ਹਾਂ। ਹੁਣ ਸਭ ਤੋਂ ਪਹਿਲਾਂ ਜਿਹੜਾ ਹੈ ਇੰਟੀਗ੍ਰੇਟਿਵ ਸੋਸ਼ਲ ਪ੍ਰੋਸੈਸ ਦੇ ਵਿੱਚ ਜਿਹੜਾ ਸਭ ਤੋਂ ਪਹਿਲਾਂ ਕੌਨਸੈਪਟ ਆਉਂਦਾ, ਦੈਟ ਇਜ਼ ਕੋਆਪਰੇਸ਼ਨ, ਸਹਿਯੋਗ। ਸਹਿਯੋਗ ਦੇ ਨਾਲ ਆਪਾਂ ਇੱਕ ਦੂਜੇ ਦੇ ਨੇੜੇ ਆਉਂਦੇ ਹਾਂ, ਮਿਲ ਕੇ ਕੰਮ ਕਰਦੇ ਹਾਂ। ਹੁਣ ਸਹਿਯੋਗ ਦਾ ਸਮਾਜ 'ਚ ਬਹੁਤ ਮਹੱਤਵ ਹੈ। ਕਿਉਂ ਮਹੱਤਵ ਹੈ? ਕਿਉਂਕਿ ਮਨੁੱਖ ਤਾਂ ਸਮਾਜ ਤੋਂ ਬਿਨਾਂ ਰਹਿ ਹੀ ਨਹੀਂ ਸਕਦਾ। ਉਸ ਨੂੰ ਚਾਹੁੰਦੇ ਹੋਏ ਜਾਂ ਨਾ ਚਾਹੁੰਦੇ ਹੋਏ ਸਮਾਜ ਦੇ ਨਾਲ ਸਹਿਯੋਗ ਉਹਨੂੰ ਬਣਾ ਕੇ ਰੱਖਣਾ ਪੈਂਦਾ ਹੈ। ਸਮਾਜ ਵਿੱਚ ਸਹਿਯੋਗ ਬਹੁਤ ਹੀ ਜ਼ਿਆਦਾ ਜ਼ਰੂਰੀ ਸੰਗਠਨ ਸੰਸਥਾ ਹੈਗੀ ਹੈ, ਕਿਉਂਕਿ ਦੋ ਜਾਂ ਦੋ ਤੋਂ ਵਿਅਕਤੀ, ਦੋ ਤੋਂ ਵੱਧ ਸਮੂਹ ਇੱਕ ਦੂਜੇ ਨਾਲ ਜਿਹੜਾ ਹੈ ਇਕੱਠੇ ਮਿਲ ਕੇ ਰਹਿੰਦੇ ਨੇ ਅਤੇ ਸਾਂਝੇ ਉਦੇਸ਼ਾਂ ਦੀ ਪੂਰਤੀ ਕਰਦੇ ਨੇ। ਹੁਣ ਦੇਖੋ ਸਮਾਜ 'ਚ ਰਹਿਣਾ, ਕਦੇ ਵੀ ਆਪਾਂ ਆਈਸੋਲੇਸ਼ਨ 'ਚ ਨਹੀਂ ਰਹਿ ਸਕਦੇ। ਆਪਾਂ ਪਿਛਲੇ ਸਮੈਸਟਰ 'ਚ ਵੀ ਕੀਤਾ ਸੀਗਾ ਕਿ ਸਮਾਜ 'ਚ ਆਪਾਂ ਨੂੰ ਰਹਿਣ ਲਈ ਇੱਕ ਦੂਜੇ ਨਾਲ ਸਹਿਯੋਗ ਕਰਨਾ ਪਏਗਾ, ਇੱਕ ਦੂਜੇ 'ਤੇ ਡਿਪੈਂਡੈਂਟ ਰਹਿਣਾ ਪਏਗਾ, ਨਿਰਭਰ ਰਹਿਣਾ ਪਏਗਾ। ਸਮਾਜ ਵਿੱਚ ਸਹਿਯੋਗ ਪਾਇਆ ਜਾਂਦਾ, ਹਰੇਕ ਸਮਾਜ ਵਿੱਚ ਪਾਇਆ ਜਾਂਦਾ, ਇੰਡੀਅਨ ਸੁਸਾਇਟੀ 'ਚ ਨਹੀਂ ਪਾਇਆ ਜਾਂਦਾ। ਤੁਸੀਂ ਕੈਨੇਡੀਅਨ ਸੁਸਾਇਟੀ ਦੇਖੋ, ਸਹਿਯੋਗ ਕੋਆਪਰੇਸ਼ਨ ਤੋਂ ਬਿਨਾਂ ਕਿਤੇ ਵੀ ਕੋਈ ਚੀਜ਼ ਨਹੀਂ ਹੈਗੀ। ਹਰੇਕ ਜਗ੍ਹਾ 'ਤੇ, ਹਰੇਕ ਸੁਸਾਇਟੀ ਦੇ ਵਿੱਚ ਅਮੈਰੀਕਨ, ਬ੍ਰਾਜ਼ੀਲੀਅਨ, ਕੈਨੇਡੀਅਨ, ਕੋਈ ਵੀ ਸੁਸਾਇਟੀ ਹੈ, ਇੰਡੀਅਨ ਸੁਸਾਇਟੀ ਹੈ, ਤਾਂ ਉੱਥੇ ਕੋਆਪਰੇਸ਼ਨ ਮਸਟ ਹੈਗਾ। ਮੀਨਿੰਗ ਦੀ ਗੱਲ ਕਰੀਏ ਕਿ ਕੋਆਪਰੇਸ਼ਨ ਦਾ ਮੀਨਿੰਗ ਕੀ ਹੈ। ਕੋਆਪਰੇਸ਼ਨ ਸ਼ਬਦ, ਸਹਿਯੋਗ ਸ਼ਬਦ ਜਿਹੜਾ ਹੈਗਾ ਅੰਗਰੇਜ਼ੀ ਭਾਸ਼ਾ ਦੇ ਸ਼ਬਦ ਕੋਆਪਰੇਸ਼ਨ ਦਾ ਪੰਜਾਬੀ ਅਨੁਵਾਦ ਹੈ ਨਾ। ਆਪਾਂ ਇੰਗਲਿਸ਼ ਵਿੱਚ ਕੋਆਪਰੇਸ਼ਨ ਕਹਿੰਦੇ ਹਾਂ, ਪੰਜਾਬੀ 'ਚ ਸਹਿਯੋਗ ਕਹਿੰਦੇ ਹਾਂ।
ਲੈਟਿਨ ਵਰਡ ਦੇ ਦੋ ਸ਼ਬਦਾਂ ਤੋਂ ਮਿਲ ਕੇ ਬਣਿਆ ਕੋ ਪਲੱਸ ਓਪਰੇਰੀ। ਕੋ ਦਾ ਅਰਥ ਹੈ, ਕੋ ਮਤਲਬ ਇਕੱਠੇ ਹੋਣਾ, ਜਦੋਂ ਵੀ ਤੁਸੀਂ ਕਦੇ ਕੋ ਪੜੋ ਤਾਂ ਮਤਲਬ ਇਕੱਠੇ ਹੋਣਾ ਇਹਦਾ। ਓਪਰੇਰੀ ਦਾ ਮਤਲਬ ਕੀ ਹੈਗਾ, ਕੰਮ ਕਰਨਾ, ਮਤਲਬ ਇਕੱਠੇ ਹੋ ਕੇ ਕੋਈ ਕੰਮ ਕੀਤਾ ਜਾਵੇ ਤਾਂ ਦੈਟ ਇਜ਼ ਕੋਆਪਰੇਸ਼ਨ, ਸਹਿਯੋਗ। ਮਿਲ ਕੇ ਇਕੱਠੇ ਹੋ ਕੇ ਕੋਈ ਵੀ ਕੰਮ ਕਰਨਾ ਸਹਿਯੋਗ ਦੀ ਪ੍ਰਕਿਰਿਆ। ਡੈਫੀਨੇਸ਼ਨਸ ਦੀ ਗੱਲ ਕਰੀਏ ਕਿ ਕੀ ਪਰਿਭਾਸ਼ਾਵਾਂ ਨੇ ਕੋਆਪਰੇਸ਼ਨ ਦੀਆਂ। ਔਗਬਰਨ ਅਤੇ ਨਿਮਕੋਫ ਕਹਿ ਰਹੇ ਨੇ, ਜਦੋਂ ਦੋ ਵਿਅਕਤੀ ਸਾਂਝੇ ਉਦੇਸ਼ਾਂ ਨੂੰ ਪ੍ਰਾਪਤ ਕਰਨ ਲਈ ਇਕੱਠੇ ਹੋ ਕੇ ਕੰਮ ਕਰਦੇ ਨੇ, ਮਤਲਬ ਜਦੋਂ ਤੋਂ ਵੱਧ ਵਿਅਕਤੀ ਸਾਂਝੇ ਉਦੇਸ਼ ਨੂੰ ਪ੍ਰਾਪਤ ਕਰਨ ਲਈ ਇਕੱਠੇ ਹੋ ਕੇ ਮਿਲ ਜੁਲ ਕੇ ਕੰਮ ਕਰਦੇ ਨੇ ਤਾਂ ਇਹੋ ਜਿਹੇ ਵਿਵਹਾਰ ਨੂੰ ਆਪਾਂ ਕੀ ਕਹਿੰਦੇ ਆ, ਸਹਿਯੋਗ ਕਹਿੰਦੇ ਆ। ਤਾਂ ਨਾਲ ਦੀ ਨਾਲ ਤੁਸੀਂ ਨੋਟਸ ਬਣਾਉਂਦੇ ਜਾਓ, ਆਪਣੀ ਲੈਂਗੁਏਜ ਦੇ ਵਿੱਚ ਇਸ ਨੂੰ ਲਿਖੀ ਜਾਓ। ਪਰ ਇੱਕ ਗੱਲ ਹੋਰ ਕਹਿ ਦਾਂ ਕਿ ਡੈਫੀਨੇਸ਼ਨਸ ਹਮੇਸ਼ਾ ਐਵੇਂ ਹੀ ਲੈਂਗੁਏਜ 'ਚ ਲਿਖਣੀ ਪੈਣੀ ਹੈ ਜੋ ਤੁਹਾਨੂੰ ਦਿੱਤੀ ਹੋਈ ਹੈ। ਇਹਦੇ ਵਿੱਚ ਤੁਸੀਂ ਕੋਈ ਅਮੈਂਡ ਆਪਣੀ ਨਹੀਂ ਕਰ ਸਕਦੇ ਹੈਗੇ, ਇਸ ਨੂੰ ਐਜ਼ ਇਟ ਇਜ਼ ਹੀ ਤੁਹਾਨੂੰ ਲਿਖਣਾ ਪਏਗਾ ਜਿਹੜੀਆਂ ਡੈਫੀਨੇਸ਼ਨਸ ਨੇ, ਹੈ ਨਾ। ਪੁਆਇੰਟਸ ਦੇ ਵਿੱਚ ਤੁਸੀਂ ਆਪਣਾ ਇਨਕਲੂਡ ਕਰ ਸਕਦੇ ਹੋ, ਐਗਜ਼ਾਮਪਲਸ ਆਪਣੀਆਂ ਪੁੱਟ ਕਰ ਸਕਦੇ ਹੋ, ਅਤੇ ਨਾਲ ਹੀ ਪੈਨ ਕਾਪੀ ਲੈ ਕੇ ਨਾਲ ਦੀ ਨਾਲ ਨੋਟਸ ਬਣਾਉਂਦੇ ਜਾਓ। ਗ੍ਰੀਨ ਜਿਹੜੇ ਨੇ, ਗ੍ਰੀਨ ਵੀ ਥਿੰਕਰ ਹੋਏ ਨੇ, ਤਾਂ ਗ੍ਰੀਨ ਕਹਿ ਰਹੇ ਨੇ ਸਹਿਯੋਗ ਦੋ ਜਾਂ ਦੋ ਤੋਂ ਵੱਧ ਵਿਅਕਤੀਆਂ ਰਾਹੀਂ ਕੋਈ ਕੰਮ ਜਾਂ ਆਮ ਰੂਪ ਨਾਲ ਪਾਏ ਜਾਣ ਵਾਲੇ ਕਿਸੇ ਉਦੇਸ਼ ਨੂੰ ਪਹੁੰਚਣ, ਮਤਲਬ ਜਦੋਂ ਅਸੀਂ ਕੋਈ ਕੰਮ ਕਰਦੇ ਹਾਂ ਜਾਂ ਫਿਰ ਅਸੀਂ ਕਿਸੇ ਉਦੇਸ਼ ਤੱਕ ਪਹੁੰਚਣ ਦਾ ਯਤਨ ਕਰਦੇ ਹਾਂ ਤਾਂ ਉਸ ਲਈ ਨਿਰੰਤਰ ਅਸੀਂ ਸਮੂਹਕ ਯਤਨ ਕਰਦੇ ਹਾਂ ਤਾਂ ਦੈਟ ਇਜ਼ ਕੋਆਪਰੇਸ਼ਨ, ਸਹਿਯੋਗ। ਐਲਰਿਚ ਅਤੇ ਮੈਰਿਲ ਕਹਿ ਰਹੇ ਨੇ ਸਹਿਯੋਗ ਅੰਤਰ ਕਿਰਿਆ ਦਾ ਉਹ ਰੂਪ ਹੈ, ਸੋਸ਼ਲ ਇੰਟਰੈਕਸ਼ਨ ਦਾ ਉਹ ਰੂਪ ਹੈ ਜਿਹਦੇ ਵਿੱਚ ਦੋ ਜਾਂ ਦੋ ਤੋਂ ਵੱਧ ਵਿਅਕਤੀ ਸਮਾਨ ਉਦੇਸ਼ਾਂ ਦੀ ਪੂਰਤੀ ਲਈ, ਉਹਨਾਂ ਦੇ ਕਾਮਨ ਮੋਟਿਵ, ਸੇਮਸ ਗੋਲਸ ਹੁੰਦੇ ਨੇ, ਉਹ ਮਿਲ ਕੇ ਕੀ ਕਰਦੇ ਨੇ, ਯਤਨ ਕਰਦੇ ਨੇ। ਇਸ ਤਰ੍ਹਾਂ ਅਸੀਂ ਕਹਿ ਸਕਦੇ ਹਾਂ ਕਿ ਸਹਿਯੋਗ ਸਾਂਝੇ ਉਦੇਸ਼ਾਂ ਦੀ ਪੂਰਤੀ ਲਈ ਮਿਲ ਕੇ ਕੀਤਾ ਗਿਆ ਇੱਕ ਯਤਨ ਹੈ। ਕਰੈਕਟਰਿਸਟਿਕਸ, ਫੀਚਰਸ, ਐਲੀਮੈਂਟਸ ਆਫ ਕੋਆਪਰੇਸ਼ਨ, ਕੁਛ ਵੀ ਆ ਜਾਏ ਤਾਂ ਆਪਾਂ ਨੇ ਇਹੀ ਲਿਖ ਕੇ ਆਣਾ। ਸਭ ਤੋਂ ਪਹਿਲਾਂ ਤਾਂ ਸਹਿਯੋਗ ਹੈ, ਸਹਿਯੋਗ ਦੀਆਂ ਵਿਸ਼ੇਸ਼ਤਾਵਾਂ ਕੀ ਹੋਣਗੀਆਂ। ਹੁਣ ਦੇਖੋ, ਸਹਿਯੋਗ ਕਦੇ ਵੀ ਤੁਸੀਂ ਦੇਖਿਆ ਕਿ ਬਿਨਾਂ ਸਹਿਯੋਗ ਤੋਂ ਸਮਾਜ ਚੱਲਿਆ ਹੋਵੇ, ਤਾਂ ਇਹ ਇੱਕ ਕੰਟੀਨਿਊਸ ਪ੍ਰੋਸੈਸ ਹੈ, ਲਗਾਤਾਰ ਚੱਲਣ ਵਾਲਾ ਪ੍ਰੋਸੈਸ ਹੈ। ਸਹਿਯੋਗ ਕਦੇ ਵੀ ਨਹੀਂ ਰੁਕਦਾ, ਨਿਰੰਤਰ ਚੱਲਦਾ ਰਹਿੰਦਾ ਹੈ। ਗਤੀ ਹੌਲੀ ਹੋ ਸਕਦੀ ਹੈ ਕਿ ਹੈ ਨਾ, ਇੱਕ ਟਾਈਮ ਹੋਵੇ ਕਿ ਸਮਾਜ ਦੇ ਵਿੱਚ, ਹੁਣ ਦੇਖੋ ਕਰੋਨਾ ਦਾ ਟਾਈਮ ਆਇਆ ਸੀ, ਕੋਵਿਡ ਟਾਈਮ ਆਇਆ ਸੀ, ਆਪਾਂ ਨੇ ਸਭ ਨੇ ਇੱਕ ਦੂਜੇ ਨਾਲ ਸਹਿਯੋਗ ਕੀਤਾ, ਗਵਰਨਮੈਂਟ ਨਾਲ ਸਹਿਯੋਗ ਕੀਤਾ, ਹਰੇਕ ਦੇ ਨਾਲ ਸਹਿਯੋਗ ਕੀਤਾ, ਹੈ ਨਾ। ਤਾਂ ਇਸ ਦੇ ਨਾਲ ਕੀ ਹੋਇਆ ਸੀਗਾ, ਆਪਾਂ ਨੇ ਇਸ ਚੀਜ਼ ਨੂੰ ਜਿਹੜਾ ਸੀਗਾ, ਇਸ ਨੂੰ ਕੋਪ ਕਰ ਲਿਆ ਸੀਗਾ, ਹੈ ਨਾ। ਤਾਂ ਸਹਿਯੋਗ ਹਮੇਸ਼ਾ ਚੱਲਦਾ ਰਹਿੰਦਾ ਹੈ। ਹੁਣ ਆਪਾਂ ਕਿਸੇ ਵੀ ਥਾਂ 'ਤੇ ਜਾਂਦੇ ਹੈਗੇ ਆ, ਆਪਾਂ ਬੈਂਕ 'ਚ ਪੈਸੇ ਜਮ੍ਹਾਂ ਕਰਾਉਣ ਜਾਂਦੇ ਹਾਂ ਤਾਂ ਆਪਾਂ ਕੀ ਕਰਦੇ ਹਾਂ, ਉਹਨਾਂ ਨੇ ਲਿਖਿਆ ਹੁੰਦਾ ਲਾਈਨ, ਇਹ ਮੇਲ ਸੀ ਹੈ, ਇਹ ਫੀਮੇਲ ਸੀ, ਆਪਾਂ ਉੱਥੇ ਖੜ ਜਾਂਦੇ ਹਾਂ ਫੀਮੇਲ ਵਾਲੀ ਲਾਈਨ 'ਚ, ਹੈ ਨਾ। ਹੌਲੀ 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 ਆਪਣੀ ਟਰਨ ਦੀ ਵੇਟ ਕਰਦੇ ਹਾਂ, ਅਤੇ ਸਹਿਯੋਗ ਦੇ ਨਾਲ ਹੀ ਕੰਮ ਆਉਂਦਾ। ਫਿਰ ਉਸ ਤੋਂ ਬਾਅਦ ਦੇ ਵਿੱਚ ਲਾਈਕ ਆਪਾਂ ਕਿਸੇ ਰੈਸਟੋਰੈਂਟ 'ਚ ਜਾ ਰਹੇ ਹਾਂ ਤਾਂ ਉੱਥੇ ਵੀ ਆਪਾਂ ਦੇਖਦੇ ਹੈਗੇ ਕਿ 1 ਬਾਏ 1 ਆਪਾਂ ਜਿਹੜੀ ਹੈਗੀ ਹੈ ਚੀਜ਼ ਲੈਂਦੇ ਹਾਂ, ਹੈ ਨਾ। ਤਾਂ ਸਹਿਯੋਗ ਜਿਹੜਾ ਹੈਗਾ ਸਾਰੇ ਕਿਤੇ ਚੱਲਦਾ ਹੈਗਾ, ਕਿਤੇ ਵੀ ਤੁਸੀਂ ਦੇਖੋ। ਪਰ ਜੇ ਸਹਿਯੋਗ ਨਹੀਂ ਹੋਏਗਾ ਨਾ ਤਾਂ ਸਮਾਜ ਜਿਹੜਾ ਹੈਗਾ ਉਹ ਖਤਮ ਹੋ ਜਾਏਗਾ, ਹੌਲੀ 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 ਉਹਦੇ ਅੰਦਰ ਵਿਘਟਨ ਆ ਜਾਏਗਾ, ਹੈ ਨਾ, ਡਿਸਅਪੀਅਰ ਹੋ ਜਾਏਗਾ। ਤਾਂ ਸਹਿਯੋਗ ਬਹੁਤ ਜ਼ਰੂਰੀ ਹੈ। ਸਹਿਯੋਗ ਦੀ ਅਗਰ ਆਪਾਂ ਸਮਾਜ ਦੀ ਸਭ ਤੋਂ ਪਹਿਲੀ ਇਕਾਈ, ਬੇਸਿਕ ਯੂਨਿਟ ਦੇਖੀਏ ਤਾਂ ਉਹ ਪਰਿਵਾਰ ਹੈ, ਫੈਮਿਲੀ ਹੈ। ਫੈਮਿਲੀ ਦੇ ਵਿੱਚ ਤੁਸੀਂ ਦੇਖੋ ਕਿ ਤੁਹਾਡੇ ਪੇਰੈਂਟਸ ਇੱਕ ਦੂਜੇ ਦੇ ਸਹਿਯੋਗ ਨਾਲ ਘਰ ਚਲਾਉਂਦੇ ਨੇ, ਦਾਦਾ ਦਾਦੀ ਸਹਿਯੋਗ ਵਿੱਚ ਪਾਉਂਦੇ ਨੇ, ਹੈ ਨਾ। ਲੜਕੀਆਂ ਮੰਮੀ ਨਾਲ ਘਰ ਦਾ ਕੰਮ ਕਰਦੀਆਂ ਨੇ, ਲੜਕੇ ਜਿਹੜੇ ਨੇ ਪਾਪਾ ਨਾਲ ਥੋੜ੍ਹਾ ਬਹੁਤ ਕੰਮ ਕਰਵਾਉਂਦੇ ਨੇ, ਹੈ ਨਾ। ਬਾਹਰ ਦਾ ਥੋੜ੍ਹਾ ਬਹੁਤ ਹੁੰਦਾ ਜਿਹੜਾ ਵੀ ਸਮਾਨ ਲੈ ਕੇ ਆਉਣਾ ਦੁਕਾਨ ਤੋਂ ਜਾਂ ਕੁਛ ਵੀ। ਤਾਂ ਇੱਦਾਂ ਜਿਹੜਾ ਹੈ, ਆਪਾਂ ਸਮਾਜ ਦੇ ਛੋਟੇ ਯੂਨਿਟ ਨੂੰ ਵੀ ਦੇਖੀਏ ਕਿ ਪਰਿਵਾਰ ਹੈਗਾ ਤਾਂ ਉਹਦੇ ਵਿੱਚ ਵੀ ਜਿਹੜਾ ਹੈ ਛੋਟੇ ਲੈਵਲ ਦੇ ਉੱਤੇ ਹੀ ਸਹਿਯੋਗ ਜਿਹੜਾ ਸਟਾਰਟ ਹੋ ਜਾਂਦਾ। ਤਾਂ ਦੇਖੋ ਹਰੇਕ ਜਗ੍ਹਾ 'ਤੇ ਸਹਿਯੋਗ ਪਾਇਆ ਜਾਂਦਾ। ਕੌਨਸ਼ੀਅਸਨੈਸ, ਚੇਤਨਤਾ, ਮਤਲਬ ਕੌਨਸ਼ੀਅਸਨੈਸ, ਸਾਨੂੰ ਪਤਾ ਹੁੰਦਾ ਹੈ ਕਿ ਸਹਿਯੋਗ ਸਾਨੇ ਇੱਥੇ ਰਹਿਣਾ ਸਮਾਜ ਵਿੱਚ ਤਾਂ ਸਾਨੂੰ ਸਹਿਯੋਗ ਕਰਨਾ ਪਏਗਾ। ਸਾਡੇ ਮਾਇੰਡ 'ਚ ਇਹ ਚੀਜ਼ ਹੁੰਦੀ ਹੈ ਕਿ ਅਸੀਂ ਇੱਕ ਦੂਜੇ ਨੂੰ ਦੇ ਤਾ, ਮਤਲਬ ਅਗਰ ਅਸੀਂ ਡਰਾਈਵ ਕਰ ਰਹੇ ਹਾਂ ਤਾਂ ਪਿਛਲੀ ਗੱਡੀ ਨੂੰ ਵੀ ਅਸੀਂ ਜਿਹੜਾ ਹੈਗਾ ਸਾਈਡ ਦੇਣੀ ਹੈ ਨਾ। ਤਾਂ ਸਹਿਯੋਗ ਦੇ ਨਾਲ ਜਿਹੜਾ ਹੈਗਾ ਆਪਾਂ ਹਰੇਕ ਥਾਂ ਦੇ ਉੱਤੇ, ਰੋਡ ਦੇ ਉੱਤੇ ਜਾਈਏ ਜਾਂ ਕਿਸੇ ਦੇ ਜਾਈਏ, ਆਪਾਂ ਸਹਿਯੋਗ ਕਰਦੇ ਹਾਂ। ਇੱਕ ਦੂਜੇ ਦਾ ਸਹਿਯੋਗ ਲੈਂਦੇ ਵੀ ਹਾਂ, ਦਿੰਦੇ ਵੀ ਹਾਂ। ਇੱਕ ਦੂਜੇ ਤੋਂ ਸੁਚੇਤ ਹਾਂ ਕਿ ਇਹਨਾਂ ਨੇ ਵੀ ਜੀਵਨ ਜਿਉਣਾ ਹੈ, ਇਹਨਾਂ ਨੇ ਵੀ ਇਸ ਚੀਜ਼ ਨੂੰ ਕਰਨਾ ਅਤੇ ਅਸੀਂ ਵੀ ਕਰਨਾ। ਤਾਂ ਕੌਨਸ਼ੀਅਸਨੈਸ ਉੱਥੇ ਪਾਈ ਜਾਂਦੀ ਹੈ, ਸੁਚੇਤਨਤਾ ਉੱਥੇ ਪਾਈ ਜਾਂਦੀ ਹੈ। ਯੂਨੀਵਰਸੈਲਿਟੀ ਮਤਲਬ ਸਰਵ ਵਿਆਪਕਤਾ। ਸਹਿਯੋਗ ਇੱਦਾਂ ਨਹੀਂ ਹੈ ਕਿ ਆਪਣੀ ਇੰਡੀਅਨ ਸੁਸਾਇਟੀ 'ਚ ਹੀ ਪਾਇਆ ਜਾਂਦਾ, ਸਾਰੇ ਸਮਾਜਾਂ 'ਚ ਪਾਇਆ ਜਾਂਦਾ ਹੈ। ਈਵਨ ਤੁਸੀਂ ਦੇਖੋਗੇ ਕਿ ਕੀੜੀਆਂ ਦੇ ਸਮਾਜ ਦੇ ਵਿੱਚ, ਹੈ ਨਾ, ਕੀੜੀਆਂ ਨੇ, ਜਾਨਵਰ ਨੇ, ਉਹ ਵੀ ਸਹਿਯੋਗ ਦੇ ਨਾਲ ਕੰਮ ਕਰਦੇ ਨੇ। ਤਾਂ ਮਤਲਬ ਸਹਿਯੋਗ ਸਰਵ ਵਿਆਪਕਤਾ ਹੈਗੀ ਇਹਦੇ ਵਿੱਚ, ਇਹ ਹਰੇਕ ਸਮਾਜ ਵਿੱਚ ਪਾਇਆ ਜਾਂਦਾ, ਚਾਹੇ ਉਹ ਭਾਰਤੀ ਜਾਂ ਅਮੈਰੀਕਾ ਸੁਸਾਇਟੀ ਹੈ, ਸਹਿਯੋਗ ਹਰ ਥਾਂ ਮੌਜੂਦ ਹੈ। ਕਾਮਨ ਗੋਲਸ, ਹੁਣ
ਸਹਿਯੋਗ ਦੇ ਜਿਹੜੇ ਹੁੰਦੇ ਨੇ ਸਾਂਝੇ ਉਦੇਸ਼ ਹੁੰਦੇ ਨੇ। ਸਹਿਯੋਗ ਸਮਾਜਿਕ ਪ੍ਰਕਿਰਿਆ ਹੈਗੀ ਹੈ ਜਿਸ ਦੇ ਵਿੱਚ ਲੋਕ ਸਾਂਝੇ ਉਦੇਸ਼ਾਂ ਦੀ ਪੂਰਤੀ ਕਰਦੇ ਨੇ। ਸਾਂਝੇ ਉਦੇਸ਼ ਕਿਹੜੇ ਨੇ ਕਿ ਜੀਓ ਔਰ ਜੀਣੇ ਦਿਓ, ਹੈ ਨਾ, ਕਿ ਅਸੀਂ ਵੀ ਜੀਣਾ ਤੇ ਲੋਕਾਂ ਨੇ ਵੀ ਜੀਣਾ ਹੈਗਾ, ਤਾਂ ਆਪਾਂ ਜਿਹੜੇ ਹੈ ਕਾਮਨ ਗੋਲਸ ਲਈ ਜਿਹੜੇ ਹੈਗੇ ਆ ਕੰਮ ਕਰਦੇ ਆ। ਕਾਮਨ ਐਫਰਟਸ, ਸਹਿਯੋਗ ਕੀ ਹੁੰਦਾ, ਕਾਮਨ ਐਫਰਟਸ ਹੁੰਦੇ ਨੇ, ਸਾਂਝੀ ਕੋਸ਼ਿਸ਼ਾਂ ਹੁੰਦੀਆਂ ਨੇ। ਸਾਂਝੀ ਕੋਸ਼ਿਸ਼ਾਂ ਕਰ ਕਰਕੇ ਲੋਕ ਕੀ ਹੈਗਾ ਸਹਿਯੋਗ ਕਰਦੇ ਨੇ, ਇੱਕ ਦੂਜੇ ਨਾਲ ਆਪਣਾ ਮੰਤਵ ਪੂਰਾ ਕਰਦੇ ਆ। ਲਾਈਕ ਇੱਕ ਕਿਸਾਨ ਹੈ, ਉਸਦਾ ਬੇਟਾ ਉਹਦੇ ਨਾਲ ਖੇਤਾਂ 'ਚ ਕੰਮ ਕਰਦਾ ਹੈ, ਔਰ ਉਸਦੀ ਕਿਸਾਨ ਦੀ ਪਤਨੀ ਘਰੇ ਕੰਮ ਕਰਦੀ ਹੈ, ਅਤੇ ਉਸਦੀ ਬੇਟੀ ਨਾਲ ਆਪਣੀ ਮੰਮਾ ਦੇ ਹੱਥ ਵਟਾਉਂਦੀ, ਤਾਂ ਚਾਰੋਂ ਜਣੇ ਸਹਿਯੋਗ ਕਰਦੇ ਨੇ ਤਾਂ ਕਿ ਜਿਹੜਾ ਹੈਗਾ ਉਹਨਾਂ ਦਾ ਅੱਛੀ ਤਰ੍ਹਾਂ ਜਿਹੜਾ ਹੈ ਪਰਿਵਾਰ ਚੱਲੇ ਅਤੇ ਉਹਨਾਂ ਨੂੰ ਇਨਕਮ ਦੇ ਸੋਰਸਿਸ ਵੀ ਅੱਛੇ ਹੋਣ। ਟਾਈਪਸ ਆਫ ਕੋਆਪਰੇਸ਼ਨ, ਹੁਣ ਸਹਿਯੋਗ ਦੀਆਂ ਕਿਸਮਾਂ ਕਿਹੜੀਆਂ ਹੁੰਦੀਆਂ ਨੇ। ਇੱਕ ਸਹਿਯੋਗ ਤਾਂ ਹੁੰਦਾ ਹੈ ਕਿ ਆਪਾਂ ਡਾਇਰੈਕਟ ਕਰ ਰਹੇ ਹਾਂ, ਪ੍ਰਤੱਖ, ਬਿਲਕੁਲ ਸਿੱਧਾ। ਤਾਂ ਇਹ ਸਹਿਯੋਗ ਹੋ ਗਿਆ ਜਦੋਂ ਅਸੀਂ ਇੱਕ ਦੂਜੇ ਦੇ ਸਾਹਮਣੇ ਹੈਗੇ ਹਾਂ, ਸਹਿਯੋਗ ਕਰ ਰਹੇ ਹਾਂ, ਇੱਕ ਦੂਜੇ ਨਾਲ ਜੋਸ਼ ਦੇ ਨਾਲ ਸਹਿਯੋਗ ਕਰਦੇ ਹਾਂ। ਲਾਈਕ ਖੇਡ ਦੇ ਮੈਦਾਨ 'ਚ ਸਹਿਯੋਗ ਕਰ ਰਹੇ ਹਾਂ, ਪੂਜਾ ਕਰ ਰਹੇ ਹਾਂ ਇਕੱਠੇ ਹੋ ਕੇ, ਤਦ ਸਹਿਯੋਗ ਦੇ ਨਾਲ ਕਰ ਰਹੇ ਹਾਂ, ਫਸਲ ਕੱਟ ਰਹੇ ਹਾਂ ਤਦ, ਹੈ ਨਾ। ਤਾਂ ਇਹ ਹੋ ਗਿਆ ਡਾਇਰੈਕਟ ਕੋਆਪਰੇਸ਼ਨ। ਇਨਡਾਇਰੈਕਟ ਕੋਆਪਰੇਸ਼ਨ ਕਿਹੜਾ ਹੋ ਗਿਆ, ਜਿਹਦੇ ਵਿੱਚ ਕੀ ਹੈਗਾ ਸਰੀਰਕ ਤੌਰ 'ਤੇ ਅਸੀਂ ਇੱਕ ਦੂਜੇ ਦੇ ਸਾਹਮਣੇ ਨਹੀਂ ਹੁੰਦੇ, ਹੈ ਨਾ। ਹੁਣ ਤੁਸੀਂ ਲਾਈਕ ਫੈਕਟਰੀ ਦੇ ਵਿੱਚ ਜਾਓ, ਹੈ ਨਾ, ਫੈਕਟਰੀ ਦੇ ਵਿੱਚ ਕੀ ਹੈਗਾ ਇੱਕ ਜਗ੍ਹਾ ਦੇ ਉੱਤੇ ਸਾਰੇ ਪੁਰਜੇ ਬਣਾਉਣ ਦਾ ਕੰਮ ਕੀਤਾ ਜਾਂਦਾ, ਚੈਂਬਰ ਬਣੇ ਹੋਏ ਹੁੰਦੇ ਨੇ, ਹੈ ਨਾ। ਤਾਂ ਉਹ ਇਨਡਾਇਰੈਕਟ ਕੋਆਪਰੇਸ਼ਨ ਹੁੰਦਾ, ਉਹ ਇਕੱਠੇ ਹੋ ਕੇ ਤਾਂ ਕੰਮ ਕਰਦੇ ਨੇ ਲੇਕਿਨ ਫਿਜ਼ੀਕਲ ਤੌਰ 'ਤੇ ਇੱਕ ਦੂਜੇ ਦੇ ਬਿਲਕੁਲ ਨੇੜੇ ਨਹੀਂ ਹੁੰਦੇ, ਤਾਂ ਉਹ ਹੋ ਗਿਆ ਇਨਡਾਇਰੈਕਟ ਕੋਆਪਰੇਸ਼ਨ। ਇੱਕ ਹੋ ਗਿਆ ਪ੍ਰਾਇਮਰੀ, ਪ੍ਰਾਥਮਿਕ ਸਹਿਯੋਗ। ਤਾਂ ਜਦੋਂ ਕਹਿੰਦੇ ਵਿਅਕਤੀ ਦੇ ਹਿੱਤ ਉਦੇਸ਼ ਸਮੂਹ ਜਿਹੜੇ ਨੇ ਉਹ ਉਦੇਸ਼ ਸਮੂਹ ਦੇ ਉਦੇਸ਼ ਨਾਲ ਜੁੜੇ ਹੋਣ। ਲਾਈਕ ਮੇਰਾ ਵੀ ਮੋਟਿਵ ਹੈਗਾ ਅਤੇ ਮੈਂ ਗਰੁੱਪ ਦੇ ਕਿਸੇ ਮੋਟਿਵ ਦੇ ਨਾਲ ਵੀ ਜੁੜੀ ਹੋਈ ਹਾਂ। ਲਾਈਕ ਜੇ ਪਰਿਵਾਰ ਦੇ ਵਿੱਚ ਜੇ ਬੱਚਾ ਖੁਸ਼ ਹੈ ਤਾਂ ਪੇਰੈਂਟਸ ਜਿਹੜੇ ਨੇ ਓਬਵੀਅਸਲੀ ਖੁਸ਼ ਹੋਣਗੇ, ਮੈਂ ਖੁਸ਼ ਹਾਂ ਤਾਂ ਮੇਰੇ ਪੇਰੈਂਟਸ ਵੀ ਖੁਸ਼ ਹੋਣਗੇ। ਤਾਂ ਬੱਚੇ ਦੀ ਭਲਾਈ ਦੇ ਵਿੱਚ ਹੀ ਜਿਹੜੇ ਪੇਰੈਂਟਸ ਸੋਚਦੇ ਨੇ ਕਿ ਸਾਡੀ ਭਲਾਈ ਹੋ ਗਈ, ਹੈ ਨਾ। ਤਾਂ ਪ੍ਰਾਇਮਰੀ ਕੋਆਪਰੇਸ਼ਨ ਹੁੰਦਾ ਪ੍ਰਾਥਮਿਕ, ਮਤਲਬ ਗਰੁੱਪ ਦੇ ਨਾਲ ਆਪਾਂ ਬਿਲਕੁਲ ਜੁੜੇ ਹੋਏ ਹਾਂ, ਚਾਹੇ ਉਹ ਗਰੁੱਪ ਪਰਿਵਾਰ ਹੀ ਹੈ। ਸੈਕੰਡਰੀ ਕੋਆਪਰੇਸ਼ਨ ਕੀ ਹੋ ਗਿਆ ਕਿ ਇਹਦੇ ਵਿੱਚ ਆਪਣਾ ਸੈਲਫ ਮੋਟਿਵ ਵੀ ਜੁੜਿਆ ਹੋਇਆ ਹੁੰਦਾ ਹੈਗਾ ਅਤੇ ਨਾਲ ਹੀ ਗਰੁੱਪ ਮੋਟਿਵ ਵੀ ਜੁੜਿਆ ਹੋਇਆ ਹੁੰਦਾ ਹੈ। ਪਰ ਲਾਈਕ ਪ੍ਰਾਇਮਰੀ 'ਚ ਐਸਾ ਕੁਝ ਨਹੀਂ ਹੁੰਦਾ, ਪ੍ਰਾਇਮਰੀ ਦੇ ਵਿੱਚ ਸਾਡਾ ਗਰੁੱਪ ਹੀ ਸਾਡਾ ਮੇਨ ਹੁੰਦਾ, ਲੇਕਿਨ ਸੈਕੰਡਰੀ 'ਚ ਗਰੁੱਪ ਵੀ ਹੈ ਅਤੇ ਆਪਣਾ ਆਪ ਵੀ ਹੈ, ਅਤੇ ਦੋਨੋਂ ਆਪਾਂ ਸਵਾਰਥ ਵੀ ਆਪਣਾ ਛੁਪਿਆ ਹੋਇਆ ਹੁੰਦਾ। ਲਾਈਕ ਫੈਕਟਰੀ ਯੂਨੀਅਨ ਬਣੀ ਹੋਈ ਹੈ, ਇਹਦੇ ਵਿੱਚ ਫੈਕਟਰੀ ਯੂਨੀਅਨ ਦੇ ਵਿੱਚ ਕੀ ਹੁੰਦਾ ਹੈਗਾ ਜਿਹੜੇ ਮਜ਼ਦੂਰ ਨੇ ਉਹਨਾਂ ਦਾ ਆਪਣਾ ਮੋਟਿਵ ਵੀ ਜੁੜਿਆ ਹੋਇਆ ਹੁੰਦਾ ਹੈ। ਡਾਕਟਰ ਯੂਨੀਅਨ ਹੈ ਤਾਂ ਡਾਕਟਰਾਂ ਦੇ ਉਹਦੇ ਵਿੱਚ ਮੋਟਿਵ ਜੁੜੇ ਹੋਏ ਨੇ। ਟੈਰਸ਼ਰੀ ਕੋਆਪਰੇਸ਼ਨ ਕਿਹੜਾ ਹੁੰਦਾ, ਤੀਜੇ ਦਰਜੇ ਦਾ ਸਹਿਯੋਗ। ਇਹਦੇ ਵਿੱਚ ਕੀ ਹੁੰਦਾ ਕਿ ਮੌਕਾ ਪ੍ਰਸਤੀ ਪਾਈ ਜਾਂਦੀ ਹੈ, ਇੱਕ ਸਮੂਹ ਦਾ ਦੂਜੇ ਸਮੂਹ ਦੇ ਨਾਲ ਵਿਰੋਧ ਵਾਲੀ ਸਥਿਤੀ ਪੈਦਾ ਹੋ ਜਾਂਦੀ ਹੈ, ਤਾਂ ਇੱਕ ਦੂਜੇ ਨਾਲ ਸਮਝੌਤਾ ਕਰਨ। ਜਿਵੇਂ ਆਪਾਂ ਦੇਖਦੇ ਹਾਂ ਕਿ ਪੋਲੀਟੀਕਲ ਪਾਰਟੀਜ਼ ਦਾ ਇੱਕ ਦੂਜੇ ਨਾਲ ਗੱਠਜੋੜ ਹੋ ਜਾਂਦਾ ਹੈਗਾ ਕਿ ਜਦੋਂ ਜ਼ਿਆਦਾ ਸਮੇਂ ਤੱਕ ਉਹਨਾਂ ਦੀ ਆਪਸ ਦੇ ਵਿੱਚ ਨਹੀਂ ਮਿਲਦੀ ਤਾਂ ਵਿਰੋਧ ਵਾਲੀ ਸਥਿਤੀ ਪੈਦਾ ਹੁੰਦੀ, ਤਾਂ ਉਹ ਇੱਕ ਦੂਜੇ ਨਾਲ ਕੋਆਪਰੇਸ਼ਨ ਕਰ ਲੈਂਦੇ ਆ ਵੀ ਚੱਲ ਕੋਈ ਨਾ, ਹੈ ਨਾ। ਕਾਫੀ ਸਾਰੀਆਂ ਵੱਡੀਆਂ ਪਾਰਟੀਆਂ ਜਿਹੜੀਆਂ ਨੇ ਉਹ ਇੱਕ ਦੂਜੇ ਨਾਲ ਗੱਠਜੋੜ ਕਰ ਲੈਂਦੀਆਂ ਨੇ, ਆਪਾਂ ਨੇ ਦੇਖਿਆ ਹੀ ਹੈ। ਤਾਂ ਇਸ ਤਰ੍ਹਾਂ ਕੀ ਹੁੰਦਾ ਹੈਗਾ, ਇਹ ਟੈਰਸ਼ਰੀ ਕੋਆਪਰੇਸ਼ਨ ਹੁੰਦਾ ਹੈ ਕਿ ਜਦੋਂ ਜ਼ਿਆਦਾ ਹੀ ਕਨਫਲਿਕਟ ਵਾਲੀ ਸਥਿਤੀ ਇਕੱਠੀ ਹੋ ਗਈ ਤਾਂ ਉਹਦੇ ਨਾਲ ਕੀ ਹੋ ਜਾਂਦਾ ਹੈਗਾ, ਇੱਕ ਦੂਜੇ ਨਾਲ ਸਹਿਯੋਗ ਕਰ ਲਿਆ ਜਾਂਦਾ, ਇਸ ਨੂੰ ਟੈਰਸ਼ਰੀ ਕੋਆਪਰੇਸ਼ਨ ਕਿਹਾ ਜਾਂਦਾ। ਹੁਣ ਨੇਚਰ ਜਾਂ ਫਿਰ ਇੰਪੋਰਟੈਂਸ ਆਫ ਕੋਆਪਰੇਸ਼ਨ ਕੀ ਹੈ, ਸਹਿਯੋਗ ਦੇ ਜੇ ਆਪਾਂ ਗੱਲ ਕਰੀਏ ਕਿ ਇਹਦੀ ਇੰਪੋਰਟੈਂਸ ਕੀ ਹੈ, ਮਹੱਤਤਾ ਕੀ ਹੈ। ਇੱਕ ਤਾਂ ਇਹ ਲਗਾਤਾਰ ਚੱਲਦੀ ਹੈ ਕੋਆਪਰੇਸ਼ਨ ਹਮੇਸ਼ਾ ਹਰ ਇੱਕ ਸੁਸਾਇਟੀ ਵਿੱਚ। ਅਗਰ ਕੋਆਪਰੇਸ਼ਨ ਨਹੀਂ ਹੋਏਗਾ, ਕਨਫਲਿਕਟ ਜ਼ਿਆਦਾ ਹੋਏਗਾ, ਵਿਰੋਧ ਜ਼ਿਆਦਾ ਹੋਏਗਾ ਸਮਾਜ 'ਚ, ਤਾਂ ਸਮਾਜ ਤਾਂ ਵਿਕਟਿਤ ਹੋ ਜਾਏਗਾ, ਖਤਮ ਹੋ ਜਾਏਗਾ, ਬਰਬਾਦ ਹੋ ਜਾਏਗਾ। ਤਾਂ ਕਰਕੇ ਜਿਹੜਾ ਆਪਾਂ ਕਹਿ ਸਕਦੇ ਹਾਂ ਕਿ ਇਹ ਸਰਵ ਵਿਆਪਕ ਹਰ ਇੱਕ ਸੁਸਾਇਟੀ 'ਚ ਪਾਇਆ ਜਾਂਦਾ ਹੈ। ਲਗਾਤਾਰਤਾ ਇਹਦੇ ਵਿੱਚ ਹੁੰਦੀ ਹੈ। ਸਮਾਜਿਕ ਹੋਂਦ ਲਈ ਜ਼ਰੂਰੀ ਤੱਤ ਹੈ। ਦੇਖੋ ਸਮਾਜ ਵਿੱਚ ਰਹਿਣਾ ਹੈ ਤਾਂ ਸਹਿਯੋਗ ਜਿਹੜਾ ਹੈ ਅਪਣਾਉਣਾ ਪੈਂਦਾ ਹੈ। ਸਮਾਜਿਕ ਪ੍ਰਗਤੀ ਲਈ ਜ਼ਰੂਰੀ, ਸੋਸ਼ਲ ਪ੍ਰੋਗਰੈਸ ਲਈ ਇਹ ਬਹੁਤ ਇੰਪੋਰਟੈਂਟ ਹੈਗਾ, ਕਿਉਂਕਿ ਅਗਰ ਆਪਾਂ ਕੋਆਪਰੇਸ਼ਨ ਦੇ ਨਾਲ ਚੱਲਾਂਗੇ ਤਾਂ ਸਭ ਦੇ ਮੋਟਿਵਸ ਕੰਪਲੀਟ ਹੋਣਗੇ, ਹੈ ਨਾ। ਬੜੇ ਆਰਾਮ ਦੇ ਨਾਲ ਆਪਣੀ ਸੁੱਖ ਸੁਵਿਧਾ ਦੇ ਨਾਲ ਜੀਵਨ ਆਪਣਾ ਬਤੀਤ ਹੋਏਗਾ ਕੋਆਪਰੇਸ਼ਨ ਦੇ ਨਾਲ। ਅਜੋਕੇ ਸਮੇਂ ਦੀ ਮੁੱਖ ਲੋੜ ਹੈ। ਦੇਖੋ ਸਾਰੇ ਹੀ ਦੇਸ਼, ਆਪਾਂ ਅਗਰ ਦੇਸ਼ਾਂ ਦੀ ਗੱਲ ਕਰੀਏ ਤਾਂ ਕਾਫੀ ਸਾਰੀਆਂ ਜਿਹੜੇ ਦੇਸ਼ ਨੇ, ਲਾਈਕ ਰਸ਼ੀਆ ਦੇ ਕੋਲ ਕਿੰਨੀ ਜ਼ਿਆਦਾ ਪਾਵਰ ਹੈਗੀ ਆ, ਅਮੈਰੀਕਾ ਕੋਲ ਕਿੰਨੀ ਜ਼ਿਆਦਾ ਪਾਵਰ ਹੈ ਨਾ, ਚਾਈਨਾ ਕੋਲੇ ਕਿੰਨੀ ਪਾਵਰ ਹੈ, ਲੇਕਿਨ ਕੀ ਹੈਗਾ ਇਹ ਬਾਕੀ ਸਾਰੀ ਕੰਟਰੀਜ਼ ਦੇ ਨਾਲ ਸਹਿਯੋਗ ਨਾਲ ਚੱਲਦੇ ਨੇ, ਠੀਕ ਹੈ। ਅਗਰ ਅਸੀਂ ਕੋਈ ਲਾਈਕ ਯੂਟਿਊਬ ਇਨਵੈਂਟ ਹੋਈ ਹੈਗੀ ਹੈ ਤਾਂ ਸਾਰਿਆਂ ਦੇ ਕੋਲ ਇਹ ਪਹੁੰਚੀ ਹੈ। ਵਟਸਐਪ ਅਗਰ ਇਨਵੈਂਟ ਹੋਇਆ ਸਭ ਦੇ ਕੋਲ ਪਹੁੰਚਿਆ, ਫੇਸਬੁੱਕ ਇਨਵੈਂਟ ਹੋਈ ਹੈ ਸਭ ਦੇ ਕੋਲ ਪਹੁੰਚੀ ਹੈ ਨਾ।
ਤਾਂ ਸਹਿਯੋਗ ਦੇ ਨਾਲ ਹੀ ਹੁਣ ਜੇ ਵਟਸਐਪ ਬਣਾ ਕੇ ਫੇਸਬੁੱਕ ਬਣਾ ਕੇ ਉਹ ਬਹਿ ਜਾਂਦੇ, ਸਾਨੂੰ ਨਾ ਇਸ ਚੀਜ਼ ਦਾ ਗੁਰ ਦਿੰਦੇ, ਤਾਂ ਆਪਾਂ ਹੈ ਨਾ ਕਿੱਦਾਂ ਲਾਈਫ ਚੱਲਦੀ ਆਪਣੀ, ਕਿੱਦਾਂ ਆਪਾਂ ਟੈਕਨੋਲੋਜੀ ਦਾ ਨਾਲ ਇਨਕਲਕੇਟ ਕਰਦੇ। ਤਾਂ ਇਸ ਕਰਕੇ ਜਿਹੜਾ ਹੈ ਕੋਆਪਰੇਸ਼ਨ ਹਰੇਕ ਜਗ੍ਹਾ 'ਤੇ, ਛੋਟੀ ਤੋਂ ਛੋਟੀ ਵੱਡੀ ਤੋਂ ਵੱਡੀ ਜਗ੍ਹਾ 'ਤੇ ਤੁਸੀਂ ਦੇਖੋਗੇ ਤਾਂ ਸਹਿਯੋਗ ਦੇਖਣ ਨੂੰ ਮਿਲਦਾ। ਸਾਂਝੇ ਉਦੇਸ਼ ਹੁੰਦੇ ਨੇ, ਠੀਕ ਹੈ, ਕਾਮਨ ਮੋਟਿਵਸ ਹੁੰਦੇ ਨੇ। ਅਸੀਂ ਅਗਰ ਸਹਿਯੋਗ ਕਰ ਰਹੇ ਹਾਂ ਤਾਂ ਸਾਂਝੇ ਹੁੰਦੇ ਨੇ, ਸਾਡਾ ਆਪਦਾ ਮੋਟਿਵ ਘੱਟ ਹੁੰਦਾ, ਬਾਕੀਆਂ ਦਾ ਮੋਟਿਵ ਜ਼ਿਆਦਾ ਹੁੰਦਾ ਗਰੁੱਪ ਦਾ। ਸਾਂਝੀਆਂ ਕੋਸ਼ਿਸ਼ਾਂ ਆਪਾਂ ਕਰਦੇ ਹੈਗੇ ਆ। ਅਕੋਮੋਡੇਸ਼ਨ ਯਾਨੀ ਕਿ ਸਮਾਯੋਜਨ, ਇਹ ਦੂਜੀ ਤੁਹਾਡੀ ਇੰਟੀਗ੍ਰੇਟਿਵ ਵਾਲਾ ਸੋਸ਼ਲ ਪ੍ਰੋਸੈਸ ਹੈ। ਪਹਿਲਾਂ ਆਪਾਂ ਕੀਤਾ ਕੋਆਪਰੇਸ਼ਨ ਦੇ ਬਾਰੇ ਸਮਝਿਆ, ਹੁਣ ਆਪਾਂ ਅਕੋਮੋਡੇਸ਼ਨ ਕਿ ਸਮਾਯੋਜਨ ਕੀ ਹੁੰਦਾ। ਸਮਾਯੋਜਨ ਦੀ ਆਪਾਂ ਅਗਰ ਗੱਲ ਕਰੀਏ ਤਾਂ ਇਹਨੂੰ ਆਪਾਂ ਐਡਜਸਟਮੈਂਟ ਵੀ ਕਹਿ ਸਕਦੇ ਹਾਂ, ਹੈ ਨਾ। ਜਦੋਂ ਕਾਫੀ ਸਾਰਾ ਆਪਾਂ ਕਹਿ ਸਕਦੇ ਹਾਂ ਕਿ ਜਦੋਂ ਕਾਫੀ ਸਾਰਾ ਵਿਰੋਧ ਪੈਦਾ ਹੋ ਗਏ, ਹੈ ਨਾ, ਓਪੋਜ਼ਿਟ ਚੀਜ਼ਾਂ ਜ਼ਿਆਦਾ ਹੋ ਗਈਆਂ, ਤਾਂ ਆਪਾਂ ਕਿਤੇ ਨਾ ਕਿਤੇ ਜਿਹੜਾ ਹੈ ਐਡਜਸਟਮੈਂਟ ਕਰ ਲੈਂਦੇ ਹਾਂ, ਤਾਂ ਉਸਨੂੰ ਅਕੋਮੋਡੇਸ਼ਨ ਵੀ ਕਹਿੰਦੇ ਆ। ਮਨੁੱਖ ਸਮਾਜਿਕ ਜੀਵ ਹੈ, ਸਮਾਜ 'ਚ ਰਹਿੰਦਾ ਹੈ, ਸਮਾਜ ਵਿੱਚ ਖੁਦ ਨੂੰ ਸਮਾਜ ਦੇ ਅਨੁਸਾਰ ਢਾਲਦਾ ਹੈਗਾ ਉਹ, ਠੀਕ ਹੈ, ਕਿਉਂਕਿ ਉਹਨੇ ਸਮਾਜ ਦੇ ਅਕੋਰਡਿੰਗ ਰਹਿਣਾ। ਸਮਾਜ ਦੀਆਂ ਪ੍ਰਸਥਿਤੀਆਂ ਉਹਨੂੰ ਕਹਿੰਦੀਆਂ ਨੇ ਕਿ ਸਾਡੇ ਅਕੋਰਡਿੰਗ ਢਾਲ। ਸਮਾਯੋਜਨ ਇੱਕ ਅਜਿਹੀ ਪ੍ਰਕਿਰਿਆ ਹੈ ਜਿਸ ਦੇ ਵਿੱਚ ਉਹ ਕੀ ਕਰਦਾ ਹੈ, ਵਿਅਕਤੀ ਜਾਂ ਸਮੂਹ ਨੂੰ ਆਪਣੇ ਆਪ ਨੂੰ ਜਿਹੜਾ ਹੈਗਾ ਵਰਤਮਾਨ ਹਾਲਤਾਂ 'ਚ ਢਾਲਦਾ ਹੈਗਾ, ਕਿਉਂਕਿ ਸਮਾਜ ਵਿੱਚ ਸਭ ਦੇ ਮੋਟਿਵਸ ਅਲੱਗ-ਅਲੱਗ ਨੇ, ਸਭ ਦੇ ਕੋਸ਼ਿਸ਼ਾਂ ਅਲੱਗ-ਅਲੱਗ ਹਨ, ਪਰ ਫਿਰ ਵੀ ਕਿਤੇ ਨਾ ਕਿਤੇ ਆਪਾਂ ਸਾਂਝੇ ਹਿੱਤ ਦੀ ਪੂਰਤੀ ਲਈ ਕੀ ਕਰਦੇ ਹੈਗੇ ਆ, ਤਾਂ ਕਿ ਓਪੋਜੀਸ਼ਨ ਤੋਂ ਬਚਿਆ ਜਾਵੇ, ਕਨਫਲਿਕਟ ਨਾ ਹੋਵੇ, ਲੜਾਈ ਝਗੜੇ ਨਾ ਹੋਣ, ਤਾਂ ਆਪਾਂ ਐਡਜਸਟਮੈਂਟ ਕਰ ਲੈਂਦੇ ਹਾਂ, ਤਾਂ ਇਸ ਨੂੰ ਸਮਾਯੋਜਨ ਕਹਿੰਦੇ ਨੇ। ਸਮਾਜ ਵਿੱਚ ਇਹ ਅਹਿਮ ਪ੍ਰਕਿਰਿਆ ਹੈਗੀ ਹੈ, ਕਿਉਂਕਿ ਜੇ ਸਮਾਜ ਵਿੱਚ ਸੰਘਰਸ਼ ਜ਼ਿਆਦਾ ਹੋ ਗਿਆ ਤਾਂ ਸਮਾਜ ਤਾਂ ਵਿਕਟਿਤ ਹੋ ਜਾਏਗਾ। ਸਮਾਜ ਨੂੰ ਬਰਕਰਾਰ ਰੱਖਣ ਲਈ ਸਮਾਯੋਜਨ ਬਹੁਤ ਜ਼ਰੂਰੀ ਹੈ। ਲਾਈਕ ਭਾਰਤ ਅਤੇ ਪਾਕਿਸਤਾਨ, ਕਿੰਨੀ ਜ਼ਿਆਦਾ ਇਹਨਾਂ 'ਚ ਲੜਾਈ ਹੋਵੇ, ਓਪੋਜ਼ਿਟ ਇਹਨਾਂ ਦੀਆਂ ਡਾਇਰੈਕਸ਼ਨਸ ਹੋਣ, ਓਪੋਜ਼ਿਟ ਇਹਨਾਂ ਦੇ ਮੋਟਿਵਸ ਹੋਣ, ਪਰ ਫਿਰ ਵੀ ਇਹ ਅਕੋਮੋਡੇਸ਼ਨ ਦੇ ਨਾਲ ਚੱਲ ਰਹੇ ਨੇ, ਹੈ ਨਾ। ਸਮਾਯੋਜਨ ਜਿਹੜੇ ਇਹ ਕਰਦੇ ਆ, ਚਾਈਨਾ ਔਰ ਇੰਡੀਆ ਦਾ ਵੀ ਸਮਾਯੋਜਨ ਦੇ ਨਾਲ, ਅਕੋਮੋਡੇਸ਼ਨ ਦੇ ਨਾਲ ਜਿਹੜੀਆਂ ਹੈਗੀਆਂ ਸਿਚੁਏਸ਼ਨ ਨੂੰ ਇਹ ਹੱਲ ਕਰ ਰਹੇ ਨੇ। ਤਾਂ ਇਹ ਸੰਘਰਸ਼ ਨਿਪਟਾਉਣ ਦਾ ਤਰੀਕਾ ਹੈਗਾ, ਅਤੇ ਵਾਤਾਵਰਣ ਦੇ ਅਕੋਰਡਿੰਗ, ਸਥਿਤੀ ਦੇ ਅਕੋਰਡਿੰਗ ਜਦੋਂ ਐਡਜਸਟਮੈਂਟ ਕੀਤੀ ਜਾਂਦੀ ਹੈ, ਸੋ ਦੈਟ ਇਜ਼ ਅਕੋਮੋਡੇਸ਼ਨ। ਡੈਫੀਨੇਸ਼ਨ ਦੀ ਗੱਲ ਕਰੀਏ, ਮੈਕਾਈਵਰ ਕਹਿੰਦੇ ਨੇ ਸਮਾਯੋਜਨ ਤੋਂ ਭਾਵ ਉਹ ਪ੍ਰਕਿਰਿਆ ਹੈ ਜਿਸ ਵਿੱਚ ਵਿਅਕਤੀ ਆਪਣੇ ਆਲੇ ਦੁਆਲੇ ਤੋਂ ਮੇਲ ਮਿਲਾਪ ਦੀ ਭਾਵਨਾ ਜਿਹੜੀ ਹੈਗੀ ਆ ਪ੍ਰਾਪਤ ਕਰਦਾ। ਤਾਂ ਮੇਲ ਮਿਲਾਪ ਜਿਹੜਾ ਹੈ ਉਸਨੂੰ ਆਪਣੇ ਆਲੇ ਦੁਆਲੇ ਤੋਂ ਮਿਲਦਾ ਹੈ। ਰਿਊਟਰ ਤੇ ਹਾਰਟ ਕਹਿ ਰਹੇ ਨੇ, ਰਿਊਟਰ ਦੇ ਅਨੁਸਾਰ, ਹਾਰਟ ਦੇ ਅਨੁਸਾਰ, ਸਮਾਯੋਜਨ ਇੱਕ ਅਜਿਹੀ ਪ੍ਰਕਿਰਿਆ ਹੈ ਜਿਸ ਦੇ ਵਿੱਚ ਕੋਸ਼ਿਸ਼ਾਂ ਦਾ ਉਹ ਕਰਮ ਹੁੰਦਾ ਹੈ, ਕੋਸ਼ਿਸ਼ਾਂ ਐਫਰਟਸ ਕੀਤੇ ਜਾਂਦੇ ਨੇ ਜਿਸ ਰਾਹੀਂ ਮਨੁੱਖ ਬਦਲਦੀਆਂ ਹਾਲਤਾਂ ਦੇ ਅਨੁਸਾਰ ਜ਼ਰੂਰੀ ਆਦਤਾਂ ਅਤੇ ਭਾਵਨਾਵਾਂ ਦਾ ਨਿਰਮਾਣ ਕਰਕੇ ਜੀਵਨ ਦੀਆਂ ਪਰਿਵਰਤਿਤ ਹਾਲਤਾਂ ਵਿੱਚ ਅਨੁਕੂਲਨ ਸਥਾਪਿਤ ਕਰਦਾ ਹੈ, ਮਤਲਬ ਬੈਲੈਂਸ ਬਣਾ ਲੈਂਦਾ ਹੈ ਆਪਣੀਆਂ ਸਿਚੁਏਸ਼ਨਸ ਦੇ ਅਕੋਰਡਿੰਗ। ਤਾਂ ਉਸਨੂੰ ਅਸੀਂ ਕੀ ਕਹਿੰਦੇ ਆ, ਅਕੋਮੋਡੇਸ਼ਨ। ਗਿਲਨ ਐਂਡ ਗਿਲਨ ਵੀ ਕਹਿ ਰਹੇ ਨੇ ਸਮਾਯੋਜਨ ਉਹ ਪ੍ਰਕਿਰਿਆ ਹੈ ਜਿਸ ਦੇ ਦੁਆਰਾ ਸੰਘਰਸ਼ ਜਾਂ ਪ੍ਰਤੀਯੋਗੀ ਰਹੇ, ਮਤਲਬ ਜਦੋਂ ਕਨਫਲਿਕਟ ਕਰ ਰਹੇ ਨੇ ਲੋਕ, ਸਮੂਹ ਕਨਫਲਿਕਟ ਕਰ ਰਹੇ ਨੇ, ਕੰਪੀਟੀਸ਼ਨ ਉਹਨਾਂ 'ਚ ਬਹੁਤ ਜ਼ਿਆਦਾ ਹੋ ਰਿਹਾ, ਤਾਂ ਕਦੇ ਨਾ ਕਦੇ ਜਿਹੜਾ ਹੈ ਆਪਣੇ ਸੰਬੰਧਾਂ ਦਾ ਕੀ ਕਰਦੇ ਨੇ, ਅਨੁਕੂਲ ਬੈਲੈਂਸ ਬਣਾ ਲੈਂਦੇ ਨੇ, ਅਤੇ ਤਾਂ ਕਿ ਅਗਰ ਕੰਪੀਟੀਸ਼ਨ ਅਤੇ ਕਨਫਲਿਕਟ ਦੇ ਨਾਲ ਜਿਹੜੀ ਵੀ ਹਾਲਤ ਪੈਦਾ ਹੋ ਰਹੀ ਹੈ, ਤਾਂ ਡਿਫਿਕਲਟੀਜ਼ ਪੈਦਾ ਹੋ ਰਹੀਆਂ ਨੇ, ਉਹਨਾਂ ਨੂੰ ਦੂਰ ਕੀਤਾ ਜਾ ਸਕੇ। ਤਾਂ ਉਪਰੋਕਤ ਪਰਿਭਾਸ਼ਾਵਾਂ ਤੋਂ ਵੀ ਅਸੀਂ ਕਹਿ ਸਕਦੇ ਹਾਂ ਕਿ ਸਮਾਜ ਵਿੱਚ ਪ੍ਰਤੀਯੋਗਤਾ ਅਤੇ ਸੰਘਰਸ਼ ਦੇ ਕਰਕੇ ਹੋਣ ਵਾਲੀਆਂ ਮੁਸ਼ਕਿਲਾਂ ਨੂੰ ਦੂਰ ਕਰਨ ਲਈ ਜਦੋਂ ਸਮਝੌਤਾ ਕੀਤਾ ਜਾਂਦਾ ਹੈ, ਤਾਂ ਦੈਟ ਇਜ਼ ਅਕੋਮੋਡੇਸ਼ਨ। ਉਹ ਕੀ ਹੈਗਾ ਤੁਹਾਡਾ, ਸਮਾਯੋਜਨ। ਕਰੈਕਟਰਿਸਟਿਕਸ, ਫੀਚਰਸ, ਐਲੀਮੈਂਟਸ, ਇਹ ਤਿੰਨੇ ਚੀਜ਼ਾਂ ਸੇਮ ਨੇ। ਸਮਾਯੋਜਨ ਦੀਆਂ ਵਿਸ਼ੇਸ਼ਤਾਵਾਂ ਕੀ ਨੇ, ਇੱਕ ਤਾਂ ਸੰਘਰਸ਼ ਖਤਮ ਕੀਤਾ ਜਾਂਦਾ ਹੈ, ਠੀਕ ਹੈ। ਸਮਾਯੋਜਨ ਸਿਰਫ ਔਰ ਸਿਰਫ ਸਮਾਜ ਵਿੱਚ ਸੰਘਰਸ਼ ਖਤਮ ਕਰਨ ਦਾ ਨਤੀਜਾ ਹੈ ਕਿ ਐਡਜਸਟਮੈਂਟ ਕਰ ਲਈ ਜਾਂਦੀ ਹੈਗੀ ਹੈ, ਤਾਂ ਕਿ ਬਹੁਤ ਜ਼ਿਆਦਾ ਨੁਕਸਾਨ ਜਾਂ ਕਾਫੀ ਜਾਨ ਮਾਲ ਦਾ ਨੁਕਸਾਨ ਨਾ ਹੋਵੇ। ਸੋ ਇਸ ਕਰਕੇ ਜਿਹੜਾ ਸੰਘਰਸ਼ ਖਤਮ ਕਰਨ ਲਈ ਅਕੋਮੋਡੇਸ਼ਨ ਕੀਤਾ ਜਾਂਦਾ। ਭਾਰਤ ਅਤੇ ਪਾਕਿਸਤਾਨ ਦੇ ਜਿਹੜੇ ਹਾਲਾਤ ਸੀਗੇ ਉਹ ਕਿੰਨੇ ਖਰਾਬ ਸੀਗੇ, ਹੈ ਨਾ, ਤਾਂ ਹੁਣ ਅਕੋਮੋਡੇਸ਼ਨ ਦੇ ਨਾਲ ਚੱਲ ਰਿਹਾ। ਹਾਲਾਂਕਿ ਹਲੇ ਵੀ ਜਿਹੜਾ ਹੈਗਾ ਥੋੜ੍ਹਾ ਬਹੁਤ ਇੱਧਰੋਂ ਉੱਧਰੋਂ ਕੁਛ ਨਾ ਕੁਛ ਹੁੰਦਾ ਰਹਿੰਦਾ ਹੈਗਾ, ਤਾਂ ਪਰ ਫਿਰ ਵੀ ਅਕੋਮੋਡੇਸ਼ਨ ਚੱਲ ਰਹੀ ਹੈ। ਪਿਆਰ ਅਤੇ ਨਫ਼ਰਤ ਦੋਨੋਂ ਦੀਆਂ ਭਾਵਨਾਵਾਂ ਜਿਹੜੀਆਂ ਨੇ ਇਹਦੇ ਵਿੱਚ ਜੁੜੀਆਂ ਹੁੰਦੀਆਂ ਨੇ, ਹੈ ਨਾ। ਕਈ ਵਾਰ ਆਪਾਂ ਪਿਆਰ ਦੇ ਵਿੱਚ ਅਕੋਮੋਡੇਸ਼ਨ ਕਰ ਲੈਂਦੇ ਹਾਂ, ਕਈ ਵਾਰ ਅਸੀਂ ਨਫ਼ਰਤ, ਕਿੰਨੀ ਵੀ ਨਫ਼ਰਤ ਕਰੀਏ ਪਰ ਫਿਰ ਵੀ ਅਸੀਂ ਸੋਚਦੇ ਹਾਂ ਕਿ ਕੋਈ ਨਾ, ਇਸ ਦੇ ਨਾਲ ਇਹ ਚੀਜ਼ ਦਾ ਭਲਾ ਤਾਂ ਹੋਏਗਾ, ਤਾਂ ਐਡਜਸਟਮੈਂਟ ਕਰ ਲੈਂਦੇ ਹਾਂ। ਨਿਰੰਤਰ, ਹੁਣ ਸਮਾਜ ਹੈ, ਸਮਾਜ ਬਹੁਤ ਵੱਡਾ ਹੈ, ਤੁਸੀਂ ਜਿੱਥੇ ਨਜ਼ਰ ਮਾਰੋਗੇ ਸਮਾਜ ਹੈ, ਤਾਂ ਸਮਾਜ ਦੇ ਵਿੱਚ ਜਿਹੜੀ ਹੈਗੀ ਹੈ ਹਰੇਕ ਤਰ੍ਹਾਂ ਦਾ ਸੋਸ਼ਲ ਪ੍ਰੋਸੈਸ ਪਾਇਆ ਜਾਂਦਾ, ਚਾਹੇ ਉਹ ਕੰਪੀਟੀਸ਼ਨ ਹੈ, ਕਨਫਲਿਕਟ ਹੈ, ਐਡਜਸਟਮੈਂਟ ਹੈ, ਅਕੋਮੋਡੇਸ਼ਨ ਹੈ, ਅਸੀਮੀਲੇਸ਼ਨ ਹੈ, ਕੋਆਪਰੇਸ਼ਨ ਹੈ, ਕੋਈ ਵੀ ਹੈ। ਤਾਂ ਨਿਰੰਤਰਤਾ ਜਿਹੜੀ ਹੈਗੀ ਹੈ
ਅਕੋਮੋਡੇਸ਼ਨ ਹਮੇਸ਼ਾ ਪਾਈ ਜਾਂਦੀ ਹੈ, ਕਿਉਂਕਿ ਅਗਰ ਅਕੋਮੋਡੇਸ਼ਨ ਨਹੀਂ ਹੋਏਗਾ, ਐਡਜਸਟਮੈਂਟ ਨਹੀਂ ਹੋਏਗੀ ਤਾਂ ਸਮਾਜ ਖਤਮ ਹੋ ਜਾਏਗਾ। ਸੋ ਇਸ ਕਰਕੇ ਜਿਹੜਾ ਹੈਗਾ ਇਹ ਨਿਰੰਤਰ ਚੱਲਦੀ ਰਹਿੰਦੀ ਹੈ ਅਕੋਮੋਡੇਸ਼ਨ ਦਾ ਪ੍ਰੋਸੈਸ। ਸਰਵ ਵਿਆਪਕਤਾ ਹਰੇਕ ਸਮਾਜ ਦੇ ਵਿੱਚ, ਕੋਈ ਵੀ ਸਮਾਜ ਹੋਵੇ, ਅਕੋਮੋਡੇਸ਼ਨ ਪਾਈ ਜਾਂਦੀ ਹੈ। ਅਚੇਤਨ ਪ੍ਰਕਿਰਿਆ ਮਤਲਬ ਦੇਖੋ ਜਾਣ ਬੁੱਝ ਕੇ ਨਹੀਂ ਕੀਤਾ ਜਾਂਦਾ ਅਕੋਮੋਡੇਸ਼ਨ। ਕਈ ਵਾਰ ਆਪਾਂ ਜਾਣ ਬੁੱਝ ਕੇ ਕਰ ਵੀ ਸਕਦੇ ਹੈਗਾ, ਬਟ ਬਹੁਤ ਹੀ ਜ਼ਿਆਦਾ ਘੱਟ ਪਰਸੈਂਟੇਜ ਹੁੰਦੀ ਹੈ ਕਿ ਆਪਾਂ ਅਕੋਮੋਡੇਸ਼ਨ ਕਰੀਏ। ਅਚਨਚੇਤ ਹੀ ਜਿਹੜੀ ਹੈਗੀ ਆ, ਆਪਾਂ ਨੂੰ ਪਤਾ ਵੀ ਨਹੀਂ ਹੁੰਦਾ ਕਿ ਆਪਾਂ, ਹੁਣ ਦੇਖੋ ਭਾਰਤ ਅਤੇ ਪਾਕਿਸਤਾਨ ਉਹ ਨਹੀਂ ਚਾਹੁੰਦੇ ਇੱਕ ਦੂਜੇ ਨਾਲ ਐਡਜਸਟਮੈਂਟ ਕਰਨਾ, ਲੇਕਿਨ ਆਪਣੇ ਆਪ ਜਿਹੜੀ ਹੈ ਅਚੇਤਨ ਰੂਪ ਦੇ ਨਾਲ ਜਿਹੜੀ ਹੈਗੀ ਆ ਐਡਜਸਟਮੈਂਟ ਹੋ ਜਾਂਦੀ ਹੈ। ਹੌਲੀ 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 ਅਸੀਂ ਉਸ ਚੀਜ਼ ਵੱਲ ਜਿਹੜੇ ਹੈਗਾ ਕਿਤੇ ਨਾ ਕਿਤੇ ਸੈਕਰੀਫਾਈਸ ਕਰ ਲੈਂਦੇ ਹਾਂ। ਟਾਈਪਸ ਆਫ ਅਕੋਮੋਡੇਸ਼ਨ ਕਿਹੜੀਆਂ ਨੇ? ਲਾਈਕ ਸਮਾਯੋਜਨ ਦੀਆਂ ਕਿਸਮਾਂ, ਨਵੀਂ ਕੁਦਰਤੀ ਹਾਲਾਤਾਂ ਦੇ ਨਾਲ ਸਮਾਯੋਜਨ। ਜਦੋਂ ਅਸੀਂ ਆਪਣੇ ਲਾਈਕ ਅਕੋਮੋਡੇਸ਼ਨ ਉਹ ਹੋ ਗਿਆ ਕਿ ਜਦੋਂ ਅਸੀਂ ਨਵੀਂ ਕੁਦਰਤੀ ਹਾਲਾਤਾਂ ਦੇ ਅਨੁਸਾਰ ਸਮਾਯੋਜਨ ਕਰਦੇ ਹਾਂ। ਜਿਵੇਂ ਹੁਣ ਆਪਣੇ ਬੱਚੇ ਨੇ ਕੈਨੇਡਾ ਜਾ ਰਹੇ ਨੇ, ਹੈ ਨਾ, ਤਾਂ ਉਹ ਕੀ ਕਰਦੇ ਨੇ, ਇੰਡੀਆ ਦੇ ਕਲਾਈਮੇਟ ਤੋਂ, ਇੰਡੀਆ ਦੇ ਵਾਤਾਵਰਨ ਤੋਂ ਉਹ ਕੈਨੇਡਾ ਦੇ ਵਿੱਚ ਜਾਂਦੇ ਨੇ, ਤਾਂ ਉਹਨੂੰ ਅਕੋਰਡਿੰਗ ਨੈਚੁਰਲ ਸਿਚੁਏਸ਼ਨ ਦੇ ਅਕੋਰਡਿੰਗ ਜਦੋਂ ਅਕੋਮੋਡੇਸ਼ਨ ਕਰਦੇ ਨੇ, ਹੈ ਨਾ। ਸਮਾਜਿਕ ਹਾਲਤਾਂ ਦੇ ਅਕੋਰਡਿੰਗ ਜਦੋਂ ਅਸੀਂ ਪੁਰਾਣੇ ਰੀਤੀ ਰਿਵਾਜ 'ਤੇ ਆ ਕੇ ਨਵੇਂ ਰੀਤੀ ਰਿਵਾਜ ਨੂੰ ਅਕੋਮੋਡੇਟ ਕਰਦੇ ਹਾਂ, ਸੋ ਉਹਨੂੰ ਕਹਿੰਦੇ ਆ ਨਵੀਆਂ ਸਮਾਜਿਕ ਹਾਲਤਾਂ ਦੇ ਵਿੱਚ ਸਮਾਯੋਜਨ ਕਰਨਾ। ਠੀਕ ਹੈ, ਤੋ ਲਾਈਕ ਪਹਿਲਾਂ ਸਤੀ ਪ੍ਰਥਾ ਸੀ, ਲੋਕ ਕਹਿੰਦੇ ਸੀ ਕਿ ਸਤੀ ਪ੍ਰਥਾ ਨਹੀਂ ਖਤਮ ਕਰਨੀ। ਹੌਲੀ ਹੌਲੀ ਉਹਨਾਂ ਨੂੰ ਕਿਤੇ ਨਾ ਕਿਤੇ ਪਤਾ ਲੱਗ ਰਿਹਾ ਸੀ ਕਿ ਇਹ ਚੀਜ਼ ਗਲਤ ਹੈ। ਹੌਲੀ 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 ਉਹਨਾਂ ਨੇ ਇਸ ਚੀਜ਼ ਨੂੰ ਅਕੋਮੋਡੇਸ਼ਨ ਕਰਨਾ ਸਟਾਰਟ ਕਰਤਾ। ਹੁਣ ਕਾਫੀ ਸਾਰੇ ਆਪਣੇ ਪਿੰਡ ਦੇ ਵਿੱਚ ਲੋਕ ਨੇ, ਸਟੀਰੀਓਟਾਈਪਸ ਨੇ, ਉਹ ਨਵੀਆਂ ਸਮਾਜਿਕ ਹਾਲਤਾਂ ਦੇ ਨਾਲ ਨਹੀਂ ਅਨੁਕੂਲਨ ਕਰਦੇ, ਪਰ ਫੋਨ ਸਭ ਦੇ ਹੱਥ 'ਚ ਹੈ, ਮਾਡਰਨਾਈਜੇਸ਼ਨ ਸਭ ਦੇ ਕੋਲ ਹੈ ਨਾ। ਸੋ ਅਕੋਮੋਡੇਸ਼ਨ ਉਹ ਹੌਲੀ ਹੌਲੀ ਵਾਤਾਵਰਨ 'ਚ ਕਰਦੇ ਨੇ, ਪੁਰਾਣੇ ਰੀਤੀ ਰਿਵਾਜ 'ਤੇ ਆ ਕੇ ਨਵੇਂ ਦੇ ਨਾਲ ਅਕੋਮੋਡੇਸ਼ਨ ਕਰਦੇ ਨੇ। ਦੇਖੋ ਆਪਾਂ ਨੇ ਕੋਆਪਰੇਸ਼ਨ ਕੀਤਾ, ਅਕੋਮੋਡੇਸ਼ਨ ਕੀਤਾ, ਹੁਣ ਆਪਾਂ ਕਰਾਂਗੇ ਅਸੀਮੀਲੇਸ਼ਨ ਯਾਨੀ ਕਿ ਸਮੀਕਰਨ। ਸਮੀਕਰਨ ਨੂੰ ਤੁਸੀਂ ਇੱਥੇ ਲਾਓ ਕਿ ਜਦੋਂ ਆਪਾਂ ਇੱਕ ਸੰਸਕ੍ਰਿਤੀ ਦੂਜੀ ਸੰਸਕ੍ਰਿਤੀ ਦੇ ਵਿੱਚ ਇੰਨੀ ਘੁਲ ਮਿਲ ਜਾਂਦੀ ਹੈ, ਇੱਕ ਸਮੂਹ ਦੂਜੇ ਸਮੂਹ ਨਾਲ ਇੰਨਾ ਘੁਲ ਮਿਲ ਜਾਂਦਾ ਹੈ ਕਿ ਇੱਕ ਲਾਈਕ ਆਪਾਂ ਨਹੀਂ ਕਹਿੰਦੇ ਕਿ ਸ਼ਿਕੰਜਵੀ ਬਣਾ ਰਹੇ ਹਾਂ, ਵਿੱਚ ਨਿੰਬੂ ਪਾਇਆ, ਵਿੱਚ ਚੀਨੀ ਪਾਈ, ਵਿੱਚ ਨਮਕ ਪਾਇਆ, ਤਾਂ ਪਤਾ ਹੀ ਨਹੀਂ ਲੱਗਦਾ ਹੈ ਨਾ, ਨਿੰਬੂ ਕਿੱਥੇ, ਨਮਕ ਕਿੱਥੇ, ਚੀਨੀ, ਲੈਮਨੇਡ ਬਣ ਗਈ, ਸ਼ਿਕੰਜਵੀ ਬਣ ਗਈ। ਤਾਂ ਇਹਦੇ ਵਿੱਚ ਕੀ ਹੁੰਦਾ, ਦੋ ਗਰੁੱਪ, ਦੋ ਸਮੂਹ, ਦੋ ਵਿਅਕਤੀ ਇੱਕ ਦੂਜੇ ਦੇ ਨਾਲ ਕਲਚਰਲੀ ਇੰਨੇ ਜ਼ਿਆਦਾ ਹਰੇਕ ਤਰ੍ਹਾਂ ਦੇ ਨਾਲ ਇੰਨਾ ਮਿਕਸਅਪ ਹੁੰਦੇ ਆ ਕਿ ਪਤਾ ਹੀ ਨਹੀਂ ਲੱਗਦਾ ਕਿ ਕਿਸ ਦੀ ਸੰਸਕ੍ਰਿਤੀ, ਕਿਸ ਦਾ ਕਲਚਰ, ਕਿਸ ਦੀ ਸਿਵਲਾਈਜੇਸ਼ਨ ਕਿਹੜੀ ਹੈ। ਜਿਵੇਂ ਹਿੰਦੂ ਅਤੇ ਪੰਜਾਬੀ ਲੋਕ ਜਿਹੜੇ ਨੇ ਉਹ ਇੱਕ ਦੂਜੇ 'ਚ ਇੰਨੇ ਜ਼ਿਆਦਾ ਇਨਕਲਕੇਟ ਹੋ ਜਾਂਦੇ ਨੇ ਕਿ ਉਹਨਾਂ ਦੇ ਆਪਾਂ ਕਹਿ ਨਹੀਂ ਸਕਦੇ ਕਿ ਹਿੰਦੂ ਨੇ ਕਿ ਸਿੱਖ ਨੇ। ਆਪਾਂ ਹੈ ਨਾ ਦੇਖਦੇ ਹਾਂ ਕਿ ਆਪਣੀ ਸੰਸਕ੍ਰਿਤੀ ਬਹੁਤ ਜ਼ਿਆਦਾ ਮਿਕਸ ਮੈਚ ਕਰਦੀ ਹੈ। ਤਾਂ ਸਮੀਕਰਨ ਉਹੀ ਪ੍ਰਕਿਰਿਆ ਹੈਗੀ ਹੈ ਜੋ ਵਾਰ-ਵਾਰ ਵਿਚਰਦੀ ਹੈ ਅਤੇ ਹੌਲੀ ਹੌਲੀ ਵੀ ਵਿਚਰਦੀ ਹੈਗੀ ਹੈ। ਵਿਅਕਤੀ ਜਾਂ ਸਮੂਹ ਜਦੋਂ ਦੂਜੇ ਵਿਅਕਤੀਆਂ ਨਾਲ, ਸਮੂਹਾਂ ਦੇ ਨਾਲ ਰਹਿੰਦੇ ਨੇ, ਵਿਚਰਦੇ ਨੇ, ਉਹਨਾਂ ਦੇ ਨਾਲ ਮਤਲਬ ਰਹਿੰਦੇ ਨੇ, ਉਹਨਾਂ ਦੇ ਜੀਵਨ ਦੇ ਢੰਗਾਂ ਨੂੰ ਅਪਣਾ ਲੈਂਦੇ ਨੇ, ਇੱਕ ਦੂਜੇ ਦੇ ਜੀਵਨ ਦੇ ਢੰਗ ਨੂੰ ਐਸ ਕਦਰ ਅਪਣਾ ਲੈਂਦੇ ਨੇ ਕਿ ਦੋਨਾਂ ਸਮੂਹਾਂ ਵਿੱਚ, ਦੋਨਾਂ ਵਿਅਕਤੀਆਂ 'ਚ ਕੋਈ ਅੰਤਰ ਹੀ ਨਹੀਂ ਰਹਿੰਦਾ, ਕਿਉਂਕਿ ਉਹ ਕੀ ਕਰਦੇ ਨੇ, ਬਹੁਤ ਲੰਬੇ ਸਮੇਂ 'ਤੇ ਇਕੱਠੇ ਹੋ ਕੇ ਕੰਮ ਕਰਦੇ ਨੇ। ਤਾਂ ਇਹ ਜਿਹੜੀ ਹੁੰਦੀ ਹੈ ਸਮੀਕਰਨ ਦੀ ਪ੍ਰਕਿਰਿਆ ਹੋ ਜਾਂਦੀ ਹੈ। ਤਾਂ ਇਸ ਪ੍ਰਕਿਰਿਆ ਇਹ ਵਿਰੋਧ ਤੋਂ ਵੀ ਸ਼ੁਰੂ ਹੋ ਸਕਦੀ ਹੈ ਅਤੇ ਬਾਅਦ ਦੇ ਵਿੱਚ ਜਿਹੜੀ ਹੈਗੀ ਹੈ ਏਕਤਾ 'ਤੇ ਖਤਮ ਹੁੰਦੀ ਹੈ। ਤਕਰੀਬਨ ਜਿਹੜਾ ਹੈ ਅਸੀਮੀਲੇਸ਼ਨ ਜਿਹੜੀ ਪ੍ਰਕਿਰਿਆ ਹੈਗੀ ਹੈ ਸਮੀਕਰਨ ਦੀ, ਉਹ ਵਿਰੋਧ ਤੋਂ ਸਟਾਰਟ ਹੁੰਦੀ ਹੈ, ਨੋਕ ਝੋਕ ਤੋਂ ਸਟਾਰਟ ਹੁੰਦੀ ਹੈ, ਲੇਕਿਨ ਫਿਰ ਵੀ ਇਹ ਏਕਤਾ 'ਤੇ ਖਤਮ ਹੋ ਜਾਂਦੀ ਹੈ। ਡੈਫੀਨੇਸ਼ਨ ਦੀ ਗੱਲ ਕਰੀਏ ਤਾਂ ਔਕਬਰਨ ਤੇ ਨਿਮਕੋਫ ਕਹਿ ਰਹੇ ਨੇ, ਸਮੀਕਰਨ ਉਹ ਪ੍ਰਕਿਰਿਆ ਹੈ ਜਿਸ ਵਿੱਚ ਵਿਅਕਤੀ ਜਾਂ ਸਮੂਹ ਜੋ ਪਹਿਲਾਂ ਤੋਂ ਅਲੱਗ ਸੀਗੇ, ਹੁਣ ਤੁਸੀਂ ਦੇਖੋਗੇ ਕਿ ਕਾਫੀ ਸਾਰੇ ਵਾਈਟ ਅਤੇ ਬਲੈਕ ਪੀਪਲ ਨੇ ਜਿਹੜੇ, ਉਹ ਬਹੁਤ ਘੱਟ ਉਹਨਾਂ ਦੀ ਬਣਦੀ ਹੈ ਨਾ, ਉਹ ਇੱਕ ਦੂਜੇ ਦੇ ਨਾਲ ਜਿਹੜਾ ਹੈਗਾ ਮਿਕਸ ਮੈਚ ਹੋਣਾ ਹੀ ਨਹੀਂ ਚਾਹੁੰਦੇ। ਪਰ ਆਪਾਂ ਕਈ ਜਗ੍ਹਾ 'ਤੇ ਦੇਖੀਏ ਤਾਂ ਉਹ ਇੰਨੇ ਜ਼ਿਆਦਾ ਮਿਕਸ ਹੋਏ ਹੋਏ ਨੇ ਕਿ ਉਹਨਾਂ ਦਾ ਪਤਾ ਹੀ ਨਹੀਂ ਲੱਗਦਾ ਹੈਗਾ, ਹੈ ਨਾ, ਵਿਆਹ ਮੈਰਿਜ ਉਹਨਾਂ ਦੀਆਂ ਹੋ ਰਹੀਆਂ ਨੇ। ਸੋ ਕਹਿੰਦੇ ਇੱਕ ਦੂਜੇ ਦੇ ਨਾਲ ਜਿਹੜੇ ਹੈ ਸਮਰੂਪ ਹੋ ਜਾਂਦੇ ਨੇ, ਉਹਨਾਂ ਦੀਆਂ ਰੁਚੀਆਂ ਦ੍ਰਿਸ਼ਟੀਕੋਣਾਂ ਵਿੱਚ ਇੱਕ ਰੂਪਤਾ ਮਤਲਬ ਸਿਮਿਲੈਰਿਟੀਜ਼ ਆ ਜਾਂਦੀਆਂ। ਬੋਗਾਰਟਸ ਕਹਿ ਰਹੇ ਨੇ ਸਮੀਕਰਨ ਅਸੀਮੀਲੇਸ਼ਨ ਉਹ ਪ੍ਰਕਿਰਿਆ ਹੈ ਜਿਸ ਨਾਲ ਅਨੇਕ ਵਿਅਕਤੀਆਂ ਦੇ ਦ੍ਰਿਸ਼ਟੀਕੋਣ ਰਲ ਮਿਲ ਜਾਂਦੇ ਨੇ, ਨਤੀਜੇ ਵਜੋਂ ਸੰਯੁਕਤ ਸਮੂਹ ਵਿਕਸਿਤ ਹੋ ਜਾਂਦਾ, ਮਤਲਬ ਇੱਕ ਸਮੂਹ ਬਣਾ ਲੈਂਦੇ ਨੇ ਅਲੱਗ-ਅਲੱਗ ਸਮੂਹਾਂ ਦੇ ਵਿਅਕਤੀ। ਇਸ ਤਰ੍ਹਾਂ ਆਪਾਂ ਕਹਿ ਸਕਦੇ ਹਾਂ ਕਿ ਸਮੀਕਰਨ ਉਹ ਪ੍ਰਕਿਰਿਆ ਹੈ ਜਿਸ ਰਾਹੀਂ ਮਨੁੱਖ ਜਾਂ ਸਮੂਹ ਜਿਹੜਾ ਹੈਗਾ ਦੂਜੇ ਮਨੁੱਖਾਂ ਨਾਲ, ਦੂਜੇ ਵਿਅਕਤੀਆਂ ਨਾਲ ਜਾਂ ਸਮੂਹਾਂ ਨਾਲ ਭਿੰਨਤਾਵਾਂ ਨੂੰ ਪੂਰਨ ਤੌਰ 'ਤੇ ਸਮਾਪਤ, ਜਿਹੜੇ ਅੰਤਰ ਉਹਨਾਂ ਦੇ ਡਿਫਰੈਂਸਿਸ ਹੁੰਦੇ ਨੇ ਉਹਨਾਂ ਨੂੰ ਪੂਰਨ ਤੌਰ 'ਤੇ ਸਮਾਪਤ ਕਰਕੇ ਉਹ ਇੱਕਮਿਕ ਹੋ ਜਾਂਦੇ ਨੇ। ਉਹਨਾਂ ਕੋਲ ਕੋਈ ਵੀ ਵੱਖਰੀ ਵਸਤੂ ਰਹਿ ਨਹੀਂ ਜਾਂਦੀ ਅਤੇ ਉਹ ਸੰਘਰਸ਼ ਜਿਹੜੀ ਹੈਗੇ ਨਹੀਂ ਕਰ ਪਾਉਂਦੇ, ਸੰਘਰਸ਼ ਹੀ ਖਤਮ ਕਰ ਦਿੰਦੇ। ਤਾਂ ਸਮੀਕਰਨ ਦੀਆਂ ਵਿਸ਼ੇਸ਼ਤਾਵਾਂ ਕੀ ਨੇ? ਇੱਕ ਤਾਂ ਇਹ ਸਮਾਜਿਕ ਪ੍ਰਕਿਰਿਆ,
ਠੀਕ ਹੈ। ਅਕੋਮੋਡੇਸ਼ਨ ਵੀ ਸਮਾਜਿਕ ਪ੍ਰਕਿਰਿਆ, ਕੋਆਪਰੇਸ਼ਨ ਵੀ ਸਮਾਜਿਕ ਪ੍ਰਕਿਰਿਆ, ਜਿਹੜੀ ਸਮਾਜ 'ਚ ਰਹਿ ਕੇ ਚੀਜ਼ ਹੋ ਰਹੀ ਹੈ ਦੈਟ ਇਜ਼ ਸਮਾਜਿਕ। ਤੇ ਇੱਕ ਸੋਸ਼ਲ ਪ੍ਰੋਸੈਸ ਹੈਗਾ ਸਮੀਕਰਨ ਸਮਾਜਿਕ ਪ੍ਰਕਿਰਿਆ ਹੈ। ਤੇ ਜਦੋਂ ਦੋ ਵੱਖ-ਵੱਖ ਵਿਅਕਤੀ, ਦੋ ਵੱਖ-ਵੱਖ ਸਮੂਹ ਜਾਂ ਦੋ ਵੱਖ-ਵੱਖ ਤਰ੍ਹਾਂ ਦੇ ਗਰੁੱਪਸ ਨੇ, ਉਹ ਉਦੇਸ਼ ਜਦੋਂ ਉਹਨਾਂ ਦੇ ਉਦੇਸ਼ ਜਿਹੜੇ ਨੇ ਸਮਾਨ ਹੋ ਜਾਂਦੇ ਨੇ, ਇੱਕੋ ਉਦੇਸ਼ ਦੇ ਉੱਤੇ ਕੰਮ ਕਰਦੇ ਨੇ, ਤਾਂ ਇੱਕ ਦੂਜੇ ਨਾਲ ਘੁਲ ਮਿਲ ਜਾਂਦੇ ਨੇ। ਹੌਲੀ ਹੌਲੀ ਚੱਲਣ ਵਾਲੀ ਪ੍ਰਕਿਰਿਆ ਹੈਗੀ ਆ ਅਸੀਮੀਲੇਸ਼ਨ, ਕਦੇ ਵੀ ਤੇਜ਼ ਨਹੀਂ ਚੱਲਦੀ, ਹੌਲੀ ਹੌਲੀ ਰਫ਼ਤਾਰ ਨਾਲ ਚੱਲਦੀ ਹੈ, ਕਦੇ ਵੀ ਜਿਹੜੀ ਤੇਜ਼ ਗਤੀ ਨਹੀਂ ਲੈਂਦੀ, ਹੌਲੀ ਹੌਲੀ ਆਉਂਦੀ ਹੈਗੀ ਹੈ, ਲੇਕਿਨ ਕੰਟੀਨਿਊਟੀ ਦੇ ਵਿੱਚ ਪਾਈ ਜਾਂਦੀ ਹੈ, ਕਦੇ ਵੀ ਰੁਕਦੀ ਨਹੀਂ, ਹੌਲੀ ਹੌਲੀ ਚੱਲਦੀ ਹੈ। ਤੇ ਅੰਦਰੂਨੀ ਪ੍ਰਕਿਰਿਆ ਹੈਗੀ ਹੈ, ਇਹ ਗਰੁੱਪਾਂ ਦੇ ਅੰਦਰ ਜਿਹੜੀ ਹੈਗੀ ਹੈ ਚੱਲਦੀ ਰਹਿੰਦੀ ਹੈ, ਕਿਉਂਕਿ ਕਿਤੇ ਨਾ ਕਿਤੇ ਆਪਾਂ ਜਦੋਂ ਜ਼ਿਆਦਾ ਹੀ ਆਪਣੀ ਕੌਨਫਲਿਕਟ ਵਾਲੀ ਸਿਚੁਏਸ਼ਨਸ ਹੋ ਜਾਂਦੀਆਂ ਨੇ, ਤਾਂ ਆਪਾਂ ਕੀ ਕਰਦੇ ਹੈਗੇ ਆ, ਅਸੀਮੀਲੇਸ਼ਨ ਕਰ ਲੈਂਦੇ ਹਾਂ। ਜੀਵਨ ਦੇ ਸਾਰੇ ਪਹਿਲੂਆਂ ਨਾਲ ਸੰਬੰਧਿਤ ਹੈ, ਕਿਸੇ ਇੱਕ ਪਹਿਲੂ ਨਾਲ ਨਹੀਂ ਸੰਬੰਧਿਤ, ਜੀਵਨ ਦੇ ਸਾਰੇ ਪਹਿਲੂਆਂ ਦੇ ਵਿੱਚ ਜਿਹੜੀ ਹੈਗੀ ਹੈ ਸਮੀਕਰਨ ਅਪਣਾਈ ਜਾਂਦੀ ਹੈ, ਆਪਣੇ ਆਪ ਵਿਕਸਿਤ ਹੁੰਦੀ ਹੈ, ਕਦੇ ਵੀ ਅਚਨਚੇਤ ਵਿਕਸਿਤ ਨਹੀਂ ਹੁੰਦੀ, ਜਾਣ ਬੁੱਝ ਕੇ ਨਹੀਂ ਹੁੰਦੀ, ਆਪਣੇ ਆਪ ਹੌਲੀ ਹੌਲੀ ਆਪਣੇ ਜਿਹੜਾ ਹੈਗਾ ਅਚੇਤਨ ਪ੍ਰਕਿਰਿਆ, ਸਾਡੇ ਦਿਮਾਗ ਨੂੰ ਪਤਾ ਵੀ ਨਹੀਂ ਹੁੰਦਾ ਕਿ ਅਸੀਂ ਜਿਹੜੀ ਹੈ ਇਸ ਚੀਜ਼ ਨੂੰ ਅਪਣਾ ਰਹੇ ਹਾਂ। ਤੇ ਏਕੀਕਰਨ ਨੂੰ ਵਧਾਉਣਾ, ਤੇ ਮੈਂ ਹੁਣੇ ਦੱਸ ਕੇ ਹਟੀ ਕਿ ਆਪਾਂ ਏਕੀਕਰਨ ਵਾਲਾ ਪ੍ਰੋਸੈਸ ਕਰ ਰਹੇ ਹਾਂ, ਤਾਂ ਸਮੀਕਰਨ ਜਿਹੜੀ ਹੈਗੀ ਹੈ ਏਕੀਕਰਨ ਨੂੰ ਵਧਾਵਾ ਦਿੰਦੀ ਹੈਗੀ ਹੈ, ਸਮੂਹ ਨੂੰ ਆਪਣੇ ਕੋਲ ਲੈ ਕੇ ਆਉਂਦੀ ਹੈਗੀ ਹੈ, ਅਤੇ ਸਮਾਜ ਵਿੱਚ ਏਕਤਾ ਨੂੰ ਜਿਹੜਾ ਹੈਗਾ ਪ੍ਰਗਟਾਉਂਦੀ ਹੈ। ਸਥਿਰਤਾ ਸਮਾਜ, ਜੇ ਆਪਾਂ ਸਮੀਕਰਨ ਦੀ ਗੱਲ ਕਰੀਏ ਤਾਂ ਸਮੀਕਰਨ ਦੀ ਪ੍ਰਕਿਰਿਆ ਦੇ ਵਿੱਚ ਸਥਿਰਤਾ ਹੁੰਦੀ ਹੈ, ਸਟੇਬਲ ਹੁੰਦੀ ਹੈ, ਲੰਬੇ ਸਮੇਂ ਤੱਕ ਟਿਕੀ ਰਹਿੰਦੀ ਹੈ, ਕਿਉਂਕਿ ਜਿਹੜਾ ਹੈਗਾ ਆਪਾਂ ਇੱਕ ਦੂਜੇ ਦੇ ਗਰੁੱਪ ਨੂੰ ਅਪਣਾ ਲਿਆ, ਠੀਕ ਹੈ। ਲੈਮਨੇਡ ਸ਼ਿਕੰਜਵੀ ਬਣ ਗਈ ਨਾ, ਪੂਰਾ ਗਰੁੱਪ ਮਿਕਸ ਹੋ ਗਿਆ, ਪੂਰਾ ਕੋਈ ਪਤਾ ਹੀ ਨਹੀਂ ਲੱਗ ਰਿਹਾ ਕਿ ਕਿਹਦਾ ਕਿਹੜਾ ਗਰੁੱਪ ਸੀਗਾ, ਸੋ ਆਪਾਂ ਇੱਕ ਦੂਜੇ ਦੇ ਗਰੁੱਪ ਦੇ ਨਾਲ ਮਿਕਸ ਹੋ ਗਏ, ਤਾਂ ਸਹੀ ਹੈ ਕਿ ਉਹਦੇ ਵਿੱਚ ਜਿਹੜਾ ਹੈਗਾ ਲੌਂਗ ਲਾਸਟਿੰਗ ਉਹ ਹੋਏਗਾ, ਸਟੇਬਿਲਿਟੀ ਉਹਦੇ ਵਿੱਚ ਹੋਏਗੀ। ਆਤਮ ਸਾਤਮੀਕਰਨ, ਇਹਦੇ ਵਿੱਚ ਆਤਮ ਸਾਤਮੀਕਰਨ ਹੋ ਜਾਂਦਾ, ਕਿਉਂਕਿ ਇਹਦੇ ਵਿੱਚ ਮੈਟੀਰੀਅਲ ਚੀਜ਼ਾਂ 'ਚ ਵੀ, ਨਾਨ ਮੈਟੀਰੀਅਲ ਚੀਜ਼ਾਂ ਦੇ ਵਿੱਚ ਵੀ ਜਿਹੜੀ ਹੈਗੀ ਆ ਅਸੀਮੀਲੇਸ਼ਨ ਆਉਂਦੀ ਹੈ, ਕਿਉਂਕਿ ਆਪਾਂ ਉਹਨਾਂ ਦੇ ਕੱਪੜੇ ਵੀ ਅਪਣਾ ਲੈਂਦੇ ਹਾਂ, ਹੈ ਨਾ, ਉਹ ਮੈਟੀਰੀਅਲ ਚੀਜ਼ਾਂ 'ਚ ਆ ਗਿਆ, ਹੈ ਨਾ, ਮਤਲਬ ਜਿਹੜੀ ਇਮੋਸ਼ਨਸ ਉਹਨਾਂ ਦੀਆਂ, ਜਿਹੜੀ ਉਹਨਾਂ ਦੀ ਥਿੰਕਿੰਗ ਹੈਗੀ ਆ, ਉਹ ਨਾਨ ਮੈਟੀਰੀਅਲ ਅਭੌਤਿਕ 'ਚ ਆ ਗਿਆ, ਤਾਂ ਸਭ ਕੁਝ ਚੀਜ਼ਾਂ ਦੇ ਵਿੱਚ ਆਪਾਂ ਅਸੀਮੀਲੇਸ਼ਨ ਕਰਦੇ ਹਾਂ। ਹੁਣ ਸਮੀਕਰਨ ਲਈ ਸਹਾਇਕ ਤੱਤ ਜਿਹੜੇ ਨੇ, ਫੈਕਟਰ ਰਿਲੇਟਿਡ ਟੂ ਅਸੀਮੀਲੇਸ਼ਨ ਕਿਹੜੇ ਕਿਹੜੇ ਨੇ? ਇੱਕ ਤਾਂ ਸਹਿਣਸ਼ੀਲਤਾ, ਟੋਲਰੈਂਸ ਹੋਣੀ ਚਾਹੀਦੀ ਹੈ। ਸਮੀਕਰਨ ਦੇ ਲਈ ਜ਼ਰੂਰੀ ਤੱਤ ਕਿਹੜੇ ਨੇ? ਕਿ ਅਗਰ ਤੁਹਾਡੇ 'ਚ ਸਹਿਣਸ਼ੀਲਤਾ ਹੈ, ਅਗਰ ਤੁਸੀਂ ਚਾਹੁੰਦੇ ਹੋ ਕਿ ਹਾਂ ਥੋੜ੍ਹਾ ਬਹੁਤ ਤੁਹਾਡੇ ਅੰਦਰ ਹੈ ਕਿ ਆਪਾਂ ਨੇ ਅਸੀਮੀਲੇਸ਼ਨ ਕਰਨੀ ਹੈ, ਬਸ ਲੜਾਈ ਝਗੜਾ ਹੋਰ ਨਹੀਂ ਕਰਨਾ, ਟੋਲਰੈਂਸ, ਇੱਕ ਦੂਜੇ ਨੂੰ ਸਹਿਣਸ਼ੀਲਤਾ ਦੀ ਪਾਵਰ ਜਿਹੜੀ ਹੈ ਆਪਣੇ ਅੰਦਰ ਹੋਣੀ ਚਾਹੀਦੀ ਹੈ। ਜੇ ਆਪਾਂ ਇੱਕ ਦੂਜੇ ਨਾਲ ਹਮਦਰਦੀ ਨਹੀਂ ਕਰਾਂਗੇ, ਇੱਕ ਦੂਜੇ ਨੂੰ ਸਹਿਣ ਨਹੀਂ ਕਰਾਂਗੇ, ਤਾਂ ਫਿਰ ਅਸੀਮੀਲੇਸ਼ਨ ਨਹੀਂ ਹੋਏਗੀ। ਤਾਂ ਸਹਿਣਸ਼ੀਲਤਾ ਬੜੀ ਜ਼ਰੂਰੀ ਹੈ। ਬਰਾਬਰ ਮੌਕੇ, ਹੁਣ ਦੇਖੋ ਜਦੋਂ ਸਭ ਨੂੰ ਬਰਾਬਰ ਮੌਕੇ ਮਿਲ ਰਹੇ ਨੇ, ਸਭ ਦਾ ਆਰਥਿਕ ਰੁਤਬਾ ਇੱਕੋ ਜਿਹਾ, ਸਭ ਦਾ ਰਹਿਣ ਸਹਿਣ ਇੱਕੋ ਜਿਹਾ, ਤਾਂ ਓਬਵੀਅਸ ਜੀ ਗੱਲ ਹੈਗੀ ਹੈ ਕਿ ਅਸੀਮੀਲੇਸ਼ਨ ਉੱਥੇ ਜਲਦੀ ਹੁੰਦਾ। ਹੁਣ ਦੇਖੋ ਅਮੀਰ ਲੋਕਾਂ ਦੀ ਗਰੀਬ ਲੋਕਾਂ ਨਾਲ ਅਸੀਮੀਲੇਸ਼ਨ ਬਹੁਤ ਘੱਟ ਹੁੰਦੀ ਹੈ ਨਾ, ਅਗਰ ਬਰਾਬਰ ਦੇ ਲੋਕ ਨੇ ਤਾਂ ਉਹਨਾਂ ਦੀ ਅਸੀਮੀਲੇਸ਼ਨ ਥੋੜ੍ਹੀ ਜ਼ਿਆਦਾ ਜਲਦੀ ਹੁੰਦੀ ਹੈ। ਜੇ ਸੰਸਕ੍ਰਿਤਿਕ ਸਮਾਨਤਾ, ਲਾਈਕ ਕਲਚਰਲ ਜਿਹੜੀ ਹੈਗੀ ਇਕੁਐਲਿਟੀ ਹੈਗੀ, ਤਦ ਵੀ ਜਿਹੜਾ ਹੈਗਾ ਸਮੀਕਰਨ ਜਲਦੀ ਹੁੰਦੀ ਹੈਗੀ, ਕਿਉਂਕਿ ਪੰਜਾਬੀ ਜਿੱਥੇ ਵੀ ਜਾਣ ਤਾਂ ਉਹਨਾਂ ਨੂੰ ਕੋਈ ਪੰਜਾਬੀ ਮਿਲੇ ਤਾਂ ਅਸੀਮੀਲੇਸ਼ਨ ਬੜੀ ਜਲਦੀ ਕਰ ਲੈਂਦੇ ਆ। ਹੁਣ ਆਪਾਂ ਇੰਡੀਆ ਹੈ, ਇੰਡੀਆ ਦੇ ਲੋਕ ਕਿਤੇ ਵੀ ਇੱਕ ਦੂਜੇ ਨਾਲ ਜਾਣ ਤਾਂ ਮਤਲਬ ਕਿ ਅਸੀਮੀਲੇਸ਼ਨ ਕਰ ਲੈਂਦੇ ਆ। ਅੰਤਰਵਿਆਹ, ਹੁਣ ਦੇਖੋ ਅੰਤਰਵਿਆਹ ਮਤਲਬ ਜਦੋਂ ਇੱਕ ਗਰੁੱਪ ਦੂਜੇ ਗਰੁੱਪ ਦੇ ਨਾਲ, ਅਲੱਗ ਗਰੁੱਪ ਨਾਲ ਵਿਆਹ ਕਰ ਲੈਂਦਾ, ਤਾਂ ਓਬਵੀਅਸ ਜੀ ਗੱਲ ਹੈਗੀ ਅਸੀਮੀਲੇਸ਼ਨ ਜਲਦੀ ਹੋ ਜਾਂਦੀ ਹੈ। ਤੇ ਜਿਵੇਂ ਮੁਗਲਾਂ ਨੇ ਇੱਥੇ ਆ ਕੇ ਹਿੰਦੂਆਂ ਨਾਲ ਵਿਆਹ ਕਰਾਇਆ, ਤਾਂ ਕਰਕੇ ਇੱਥੇ ਮੁਸਲਿਮ ਲੋਕ ਆਏ ਨੇ, ਹਿੰਦੂ ਸਿੱਖ ਵਿਆਹ ਹੋ ਜਾਵੇ ਤਦ ਵੀ ਅਸੀਮੀਲੇਸ਼ਨ ਜਿਹੜਾ ਹੈਗਾ ਜਲਦੀ ਹੁੰਦਾ ਹੈ। ਸਰੀਰਕ ਨੇੜਤਾ, ਜਦੋਂ ਅਸੀਂ ਰੋਜ਼ ਇੱਕ ਦੂਜੇ ਦੇ ਕੰਟੈਕਟ 'ਚ ਆ ਰਹੇ ਹਾਂ ਤਾਂ ਅਸੀਮੀਲੇਸ਼ਨ ਜਲਦੀ ਹੋਏਗਾ, ਜਦੋਂ ਇੱਕ ਦੂਜੇ ਦੇ ਕੰਟੈਕਟ ਵਿੱਚ ਨਹੀਂ ਆ ਰਹੇ, ਬਹੁਤ ਦੇਰ ਬਾਅਦ ਮਿਲ ਰਹੇ ਤਾਂ ਅਸੀਮੀਲੇਸ਼ਨ ਕਿੱਥੇ ਹੋਏਗਾ? ਤਾਂ ਅਸੀਮੀਲੇਸ਼ਨ ਲਈ ਸਰੀਰਕ ਨੇੜਤਾ ਹੋਣੀ ਜ਼ਰੂਰੀ ਹੈ, ਅੰਤਰਵਿਆਹ ਵੀ ਜਿਹੜੇ ਹੈਗੇ ਹੋਣੇ ਜ਼ਰੂਰੀ ਨੇ। ਹਿੰਡਰੈਂਸਿਸ ਯਾਨੀ ਕਿ ਡਿਫੀਕਲਟੀਜ਼ ਇਨ ਦ ਵੇ ਆਫ ਅਸੀਮੀਲੇਸ਼ਨ, ਹਿੰਡਰੈਂਸਿਸ ਕਿਹੜੇ ਕਿਹੜੇ ਨੇ ਸਮੀਕਰਨ ਦੇ ਰਸਤੇ 'ਚ? ਰੁਕਾਵਟਾਂ ਕਿਹੜੀਆਂ ਨੇ? ਇੱਕ ਤਾਂ ਇਕਾਂਤ ਪ੍ਰਿਯ, ਜਿਹੜਾ ਬੰਦਾ ਅਸੀਮੀਲੇਟ ਹੋਣਾ ਹੀ ਨਹੀਂ ਚਾਹੁੰਦਾ, ਸਮੀਕਰਨ ਚਾਹੁੰਦਾ ਹੀ ਨਹੀਂ ਕਿ ਮੈਂ ਕਿਸੇ ਨਾਲ ਬੋਲਾਂ ਵਰਤਾਂ, ਆਈਸੋਲੇਸ਼ਨ 'ਚ ਰਹਿਣਾ ਚਾਹੁੰਦਾ ਹੈ, ਤਾਂ ਉਹ ਕਿਸੇ ਨਾਲ ਘੁਲਦਾ ਮਿਲਦਾ ਹੀ ਨਹੀਂ, ਤਾਂ ਕਿੱਦਾਂ ਜਿਹੜੀ ਹੈਗੀ ਆ ਅਸੀਮੀਲੇਸ਼ਨ ਹੋ ਜਾਏਗੀ? ਤਾਂ ਇਕਾਂਤ ਪ੍ਰਿਯਤਾ ਵਾਲੇ ਬੰਦੇ ਵੀ ਜਿਹੜੇ ਨੇ ਰੁਕਾਵਟ ਨੇ। ਸ਼੍ਰੇਸ਼ਠਤਾ ਦਾ ਰਵੱਈਆ, ਲਾਈਕ ਮੈਂ ਕਹਾਂ ਕਿ ਮੈਂ ਸੁਪੀਰੀਅਰ ਹਾਂ ਐਂਡ ਯੂ ਆਰ ਦਾ ਇਨਫੀਰੀਅਰ, ਸੁਪੀਰੀਅਰ ਇਨਫੀਰੀਅਰ ਵਾਲੀ ਫੀਲਿੰਗ ਜਿਹੜੀ ਹੈ, ਸਰਵਸ਼੍ਰੇਸ਼ਠ ਵਾਲੀ, ਘਟੀਆ ਵਾਲੀ, ਤਾਂ ਉਹ ਵੀ ਜਿਹੜੀ ਹੈਗੀ ਹੈ ਇਹਦੇ ਵਿੱਚ ਰੁਕਾਵਟ ਹੈ। ਸੰਸਕ੍ਰਿਤਿਕ
ਅੰਤਰ, ਨਸਲੀ ਅੰਤਰ, ਭਾਸ਼ਾਈ ਅੰਤਰ, ਜੇਕਰ ਸਾਡੀਆਂ ਕਲਚਰਸ ਹੀ ਡਿਫਰੈਂਟ ਹੈ ਤਾਂ ਅਸੀਂ ਇੱਕ ਦੂਜੇ ਨਾਲ ਕਿੱਦਾਂ ਅਸੀਮੀਲੇਟ ਹੋਵਾਂਗੇ। ਨਸਲ ਅਗਰ ਸਾਡੀ ਅਲੱਗ ਹੈਗੀ ਹੈ ਨਾ, ਲਾਈਕ ਬ੍ਰਾਜ਼ੀਲੀਅਨ ਲੋਕ ਹੈ, ਕੋਈ ਮੰਗੋਲੀ ਲੋਕ ਹੈ, ਤਾਂ ਇਹ ਕਿੱਦਾਂ ਇੱਕ ਦੂਜੇ ਨਾਲ ਜਿਹੜਾ ਹੈਗਾ, ਬਲੈਕ ਵਾਈਟ ਦਾ ਕਿੰਨਾ ਡਿਫਰੈਂਸ ਹੈ ਨਾ। ਸੋ ਨਸਲੀ ਜਿਹੜੇ ਹੈਗੇ ਇਹ ਇੱਕ ਦੂਜੇ ਦੇ ਨਾਲ, ਭਾਸ਼ਾ ਅਗਰ ਸਾਨੂੰ ਇੱਕ ਦੂਜੇ ਦੀ ਨਹੀਂ ਸਮਝ ਆਉਂਦੀ ਤਾਂ ਅਸੀਂ ਕਿੱਦਾਂ ਇੱਕ ਦੂਜੇ ਦੇ ਨਾਲ ਅਸੀਮੀਲੇਸ਼ਨ ਦਾ ਪ੍ਰੋਸੈਸ, ਤਾਂ ਉੱਥੇ ਪ੍ਰੋਸੈਸ ਜਿਹੜਾ ਹੈ ਬਹੁਤ ਸਲੋ ਜਾਂ ਲੀਸਟ 'ਤੇ ਚੱਲਦਾ ਹੈ। ਸਰੀਰਕ ਵਖਰੇਵਾਂ, ਚਿੱਟੇ ਕਾਲੇ ਲੋਕਾਂ ਦਾ ਸਰੀਰਕ ਵਖਰੇਵਾਂ ਬਹੁਤ ਜ਼ਿਆਦਾ ਹੈ, ਤਾਂ ਹੈ ਨਾ। ਤਾਂ ਸਮੀਕਰਨ ਦੇ ਰਸਤੇ ਵਿੱਚ, ਅਸੀਮੀਲੇਸ਼ਨ ਦੇ ਰਸਤੇ ਦੇ ਵਿੱਚ ਇਹ ਵੀ ਇੱਕ ਰੁਕਾਵਟ ਹੈਗੀ ਹੈ ਕਿ ਉਹ ਘੱਟ ਭਿੱਜਦੇ ਨੇ। ਸਿੱਖਿਆ ਦੀ ਘਾਟ, ਹੁਣ ਜਦੋਂ ਆਪਾਂ ਕਹਿ ਸਕਦੇ ਕਿ ਅਨਪੜ੍ਹ ਲੋਕ ਜਿਹੜੇ ਨੇ ਉਹ ਸਮੀਕਰਨ ਦੀ ਪ੍ਰਕਿਰਿਆ ਜਿਹੜੀ ਹੈਗੀ ਆ ਬਹੁਤ ਘੱਟ ਕਰਦੇ ਨੇ, ਕਿਉਂਕਿ ਉਹ ਜ਼ਿਆਦਾ ਅਸੀਮੀਲੇਸ਼ਨ ਨਹੀਂ ਚਾਹੁੰਦੇ, ਸਮੀਕਰਨ ਨਹੀਂ ਚਾਹੁੰਦੇ। ਪੜ੍ਹੇ ਲਿਖੇ ਲੋਕ ਦੇ ਬਰੋਡ ਮਾਈਂਡ ਹੁੰਦੇ ਨੇ, ਹੈ ਨਾ, ਮਾਡਰਨ ਹੁੰਦੇ ਨੇ। ਸੋ ਉੱਥੇ ਅਸੀਮੀਲੇਸ਼ਨ ਇੱਕ ਦੂਜੇ, ਹੁਣ ਦੇਖੋ ਆਪਾਂ ਪੜ੍ਹ ਰਹੇ ਹਾਂ ਕਿੰਨਾ, ਤਾਂ ਕਾਸਟ ਸਿਸਟਮ ਆਪਾਂ ਨੇ ਖ਼ਤਮ ਹੀ ਕਰਤਾ, ਹੈ ਨਾ। ਤਾਂ ਹੁਣ ਤਾਂ ਕਲਾਸ ਸਿਸਟਮ ਰਹਿ ਗਿਆ, ਕਾਸਟ ਸਿਸਟਮ ਤਾਂ ਕਿਤੇ ਹੀ ਖਤਮ ਹੋ ਗਿਆ। ਤਾਂ ਜੇ ਸਿੱਖਿਆ ਨਹੀਂ ਹੋਏਗੀ, ਸਾਰੇ ਅਨਪੜ੍ਹ ਹੋਣਗੇ, ਤਾਂ ਕਿੱਥੋਂ ਆਪਾਂ ਇੱਕ ਦੂਜੇ ਨਾਲ ਬੋਲਾਂਗੇ, ਵਰਤਾਂਗੇ। ਕਿਉਂਕਿ ਆਪਾਂ ਪੜ੍ਹੇ ਲਿਖੇ ਹਾਂ ਤਾਂ ਆਪਾਂ ਇਕੱਠੇ ਬੈਠ ਕੇ ਰੋਟੀ ਖਾਂਦੇ ਹਾਂ, ਹੈ ਨਾ। ਸੋ ਕਾਸਟ ਸਿਸਟਮ ਅਸੀਂ ਮੁਕਾਤਾ। ਸੋ ਰੂੜੀਵਾਦਤਾ, ਜਿਹੜਾ ਬੰਦਾ ਚਾਹੁੰਦਾ ਹੀ ਨਹੀਂ, ਸਟੀਰੀਓਟਾਈਪ ਹੈਗਾ, ਹੈ ਨਾ, ਰੂੜੀਵਾਦ ਹੈਗਾ, ਤਾਂ ਸਮੀਕਰਨ ਉਹ ਵੀ ਨਹੀਂ ਕਰ ਪਾਊਗਾ। ਸੋ ਸਮੀਕਰਨ ਦੇ ਰਸਤੇ ਦੇ ਵਿੱਚ ਇਹ ਵੀ ਰੁਕਾਵਟ ਹੈ ਕਿ ਰੂੜੀਵਾਦੀ ਲੋਕ ਜਿਹੜੇ ਹੈ ਸਮੀਕਰਨ ਨਹੀਂ ਹੋਣ ਦਿੰਦੇ। ਸੋ ਇਹ ਸੀ ਅੱਜ ਦਾ ਵੀਡੀਓ ਥੋੜ੍ਹਾ ਲੰਬਾ ਹੋ ਸਕਦਾ ਸੀਗਾ, ਸੋ ਇਸ ਕਰਕੇ ਤੁਸੀਂ ਵਧਾ ਕੇ ਦੇਖ ਲਿਓ ਸਪੀਡ। ਬਾਕੀ ਅਗਰ ਕੋਈ ਵੀ ਕਮੈਂਟ ਹੋਈ, ਕੋਈ ਵੀ ਕੁਐਰੀ ਹੋਈ ਤਾਂ ਮੈਨੂੰ ਕਮੈਂਟ ਬਾਕਸ ਵਿੱਚ ਜ਼ਰੂਰ ਦੱਸਿਓ। ਵੀਡੀਓ ਨੂੰ ਲਾਈਕ ਜ਼ਰੂਰ ਕਰਿਆ ਕਰੋ, ਮੈਨੂੰ ਮੋਟੀਵੇਸ਼ਨ ਮਿਲਦੀ ਆ। ਮਿਲਦੇ ਨਵੀਂ ਵੀਡੀਓ ਦੇ ਨਾਲ, ਧੰਨਵਾਦ।